ਇੱਕ ਟਾਈਮ ਇੱਦਾਂ ਦਾ ਆਇਆ ਮੇਰੇ ਕੋਲ ਕੁਝ ਵੀ ਨਹੀਂ ਸੀ ਹੈਗਾ, ਘਰ ਖਾਣ ਨੂੰ ਕੁਝ ਵੀ ਨਹੀਂ ਸੀਗਾ, ਤੇ ਮੈਂ ਜਦੋਂ ਕਿਸੇ ਨੂੰ ਦੱਸਦੀ ਨਾ ਤਾਂ ਮੇਰੇ ਅੱਖਾਂ 'ਚ ਪਾਣੀ ਆ ਜਾਂਦਾ, ਮੇਰਾ ਹੁਣ ਵੀ ਆ ਗਿਆ। ਹੁਣ ਉਹ 2 ਸਾਲ ਤੋਂ ਇਕੱਲਾ ਰਹਿ ਰਿਹਾ, ਹੁਣ ਉਹਨੂੰ ਪਿਓ ਦੀ ਲੋੜ ਨਹੀਂ ਹੈਗੀ। ਮੈਂ ਜ਼ਿੰਦਗੀ ਦੀ ਹਰੇਕ ਖੁਸ਼ੀ ਉਹਨੂੰ ਦੇ ਰਹੀ ਹਾਂ, ਦਿੰਦੀ ਰਵਾਂਗੀ ਜਦ ਤੱਕ ਮੈਂ ਨਹੀਂ ਮਰਦੀ, ਠੀਕ ਹੈ ਨਾ। ਮੈਂ ਇੱਕ ਗੱਲ ਆਪਣੇ ਘਰਦਿਆਂ ਨੂੰ ਕਹੀ ਕਿ ਜਦੋਂ ਮੇਰੇ ਕੰਮ ਦੇ ਵਿੱਚ ਕੋਈ ਬੋਲੇਗਾ ਨਾ, ਸਿੱਧਾ ਕਹੋ ਤੁਸੀਂ ਖਰਚਾ ਚੱਕਣਾ, ਜੇ ਤੁਸੀਂ ਚੱਕਣਾ ਤੇ ਚੱਕ ਸਕਦੇ, ਫਿਰ ਅਸੀਂ ਕੁੜੀ ਘਰ ਬਿਠਾ ਲੈਂਦੇ ਹਾਂ, ਜੇ ਨਹੀਂ ਚੱਕਣਾ ਤੇ ਗੱਲਾਂ ਕਰਨੀਆਂ ਬੰਦ ਕਰ ਦਿਓ। ਸਹੁਰਾ ਪਰਿਵਾਰ ਤਾਂ ਮੇਰਾ ਇੱਥੇ ਹੈ ਹੀ ਨਹੀਂ, ਤਾਂ ਸਾਰੇ ਇਟਲੀ ਬੈਠੇ ਆ, ਉਹਨਾਂ ਵੱਲੋਂ ਤਾਂ ਸ਼ਾਇਦ ਮੈਂ ਅੱਜ ਮਰ ਜਾਂ, ਤੇ ਉਹਨਾਂ ਲਈ ਖੁਸ਼ਖਬਰੀ ਵਾਲੀ ਗੱਲ ਹੀ ਹੈ ਨਹੀਂ ਗੀ। ਹੁਣ ਵੀ ਮੈਨੂੰ ਡਿਵੋਰਸ ਦੇ ਪੇਪਰ ਭੇਜੇ ਗਏ ਆ। ਮਮਾ ਆਰਡਰ ਕੈਂਸਲ ਹੋਇਆ ਸੀ, ਉਹਦਾ ਨਾ ਸਮਾਈਲ ਜਦੋਂ ਹੁੰਦੀ ਫੇਸ ਤੇ, ਮੈਂ ਕਿਹਾ ਹਾਂ ਬਸ ਭਾਵੇਂ ਮੈਂ ਆਪ ਹੀ ਲਈ ਹੋਵੇ, ਮੈਂ ਕਹਿਣਾ ਹਾਂ ਆਰਡਰ ਕੈਂਸਲ, ਬੜੀ ਖੁਸ਼ੀ ਜਿਹੀ ਹੁੰਦੀ ਵੀ ਪਤਾ ਨਹੀਂ ਕੀ ਉਹਨੂੰ ਇੱਕ ਜਿੰਨ ਨਹੀਂ ਮਿਲ ਗਿਆ ਕਿ ਆਰਡਰ ਕੈਂਸਲ ਹੋਇਆ ਸੀ। ਕਈ ਮਰਚੈਂਟ ਵੀ ਇੱਦਾਂ ਦੇ ਹੈਗੇ ਜਿਹੜੇ ਸਾਨੂੰ ਆਰਡਰ ਹੀ ਨਹੀਂ ਅੱਧਾ ਘੰਟਾ ਦਿੰਦੇ, ਅਸੀਂ ਖੜੇ ਰਹਿੰਦੇ ਇੱਦਾਂ ਪਾਗਲਾਂ ਵਾਂਗੂ, ਸਾਡੇ ਦੇ ਉੱਤੇ ਮੀਂਹ ਪੈ ਰਿਹਾ, ਸਾਡੇ 'ਤੇ ਧੁੱਪ ਪੈ ਰਹੀ ਆ, ਕੋਈ ਫਰਕ ਹੀ ਨਹੀਂ। ਮਤਲਬ ਇਨਸਾਨ ਆ, ਬੋਡੀ ਆ, ਚਮੜੀ ਨੂੰ ਫਰਕ ਪੈਂਦਾ ਹੈ, ਕੋਈ ਅਸੀਂ ਪੱਥਰ ਤਾਂ ਲਗਾ ਨਹੀਂ ਲਿਆ ਨਾ ਵੀ ਸਾਨੂੰ ਫਰਕ ਨਹੀਂ ਪੈਂਦਾ। ਮੈਨੂੰ ਇਸ ਟਾਈਮ ਅਸੀਸਾਂ ਦੀ ਲੋੜ ਆ ਮੇਰੇ ਬੇਟੇ ਲਈ ਤੇ ਮੇਰੇ ਲਈ। ਪੈਸਾ ਤਾਂ ਦੇਖੋ ਹੱਥ ਦੀ ਮੈਲ ਆ, ਕਮਾ ਲਓ ਜਿੰਨਾ ਮਰਜ਼ੀ, ਉਡਾ ਲਓ ਜਿੰਨਾ ਮਰਜ਼ੀ, ਠੀਕ ਹੈ ਨਾ। ਇਹ ਚੀਜ਼ਾਂ ਉੱਪਰ ਤੱਕ ਜਾਂਦੀਆਂ, ਇਹ ਜਿਹੜਾ ਪੈਸਾ ਹੈ ਤਾਂ ਇੱਥੇ ਰਹਿ ਜਾਣਾ, ਜਿੱਦਣ ਮਰ ਕੇ ਬੈਂਕ ਵੀ ਇੱਥੇ ਰਹਿ ਜਾਣੀ, ਪੈਸਾ ਵੀ ਇੱਥੇ ਰਹਿ ਜਾਣਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ RMB TV ਤੇ ਮੈਂ ਚੰਦਨ। ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਚਾਹੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਮਰਜ਼ੀ ਔਕੜਾਂ ਕਿਉਂ ਨਾ ਆ ਜਾਣ, ਪਰ ਜੇਕਰ ਤੁਸੀਂ ਕੁਝ ਵੀ ਨਹੀਂ ਕਮਾ ਰਹੇ ਤਾਂ ਨਾ ਤਾਂ ਕੋਈ ਤੁਹਾਡਾ ਸਾਥ ਦਿੰਦਾ ਤੇ ਨਾ ਹੀ ਕੋਈ ਤੁਹਾਡੇ ਲਈ ਉੱਠ ਕੇ ਖੜਦਾ। ਤੁਸੀਂ ਚਾਹੇ ਜਿੰਨੀ ਵੱਡੀ ਮਰਜ਼ੀ ਮੁਸ਼ਕਿਲ ਦੇ ਵਿੱਚ ਫਸੇ ਹੋਏ ਹੋ, ਜਦੋਂ ਤੱਕ ਤੁਸੀਂ ਖੁਦ ਆਪਣਾ ਸਾਥ ਨਹੀਂ ਦਿੰਦੇ ਉਦੋਂ ਤੱਕ ਕੋਈ ਵੀ ਤੁਹਾਨੂੰ ਨਾ ਤਾਂ ਐਪਰੀਸ਼ੀਏਟ ਕਰਦਾ, ਨਾ ਹੀ ਤੁਹਾਡੇ ਨਾਲ ਕੋਈ ਆ ਕੇ ਖੜਦਾ। ਖਾਸ ਕਰਕੇ ਜੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਵਿੱਚ ਅੱਜ ਵੀ ਬਹੁਤ ਸਾਰੀਆਂ ਮਹਿਲਾਵਾਂ ਇੱਦਾਂ ਦੀਆਂ ਨੇ ਜਿਨ੍ਹਾਂ ਨੂੰ ਕਦੀ ਡੋਮੈਸਟਿਕ ਵਾਇਲੈਂਸ ਦੇ ਵਿੱਚੋਂ ਗੁਜ਼ਰਨਾ ਪੈਂਦਾ, ਕਦੀ ਉਹਨਾਂ ਨੂੰ ਬਹੁਤ ਸਾਰੀਆਂ ਹੋਰ ਮੁਸ਼ਕਿਲਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ, ਤੇ ਜੇਕਰ ਉਹ ਮਹਿਲਾ ਆਪਣੇ ਲਈ ਖੁਦ ਖੜੀ ਹੋ ਜਾਂਦੀ ਹੈ ਤਾਂ ਉਹਨੂੰ ਦੁਨੀਆ ਦੇ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਵੀ ਦੇਣੇ ਪੈਂਦੇ ਨੇ ਤੇ ਦੁਨੀਆ ਦੇ ਤਾਨੇ ਵੀ ਸੁਣਨੇ ਪੈਂਦੇ ਨੇ। ਇਹ ਅੱਜ ਦੀ ਸੱਚਾਈ ਹੈ, ਚਾਹੇ ਅਸੀਂ ਜਿੰਨਾ ਮਰਜ਼ੀ ਕਹਿ ਲਈਏ ਕਿ 21st ਸੈਂਚੁਰੀ ਚੱਲਦੀ ਪਈ ਹੈ, ਚਾਹੇ ਅਸੀਂ ਇਹ ਵੀ ਕਹਿ ਲਈਏ ਕਿ ਹੁਣ ਜ਼ਮਾਨਾ ਬਦਲ ਗਿਆ, ਪਰ ਅੱਜ ਵੀ ਭਾਰਤ ਦੇ ਕਈ ਛੋਟੇ ਛੋਟੇ ਕਸਬਿਆਂ ਦੇ ਵਿੱਚ, ਕਈ ਛੋਟੇ ਛੋਟੇ ਸ਼ਹਿਰਾਂ ਦੇ ਵਿੱਚ ਇਹੀ ਸੱਚਾਈ ਹੈ ਜੋ ਸਾਡੇ ਸਾਰਿਆਂ ਦੇ ਸਾਹਮਣੇ ਛੋਟੀਆਂ ਛੋਟੀਆਂ ਕਹਾਣੀਆਂ ਬਣ ਕੇ ਉੱਭਰਦੀ ਹੈ। ਤੇ ਅੱਜ ਵੀ ਅਸੀਂ ਜਲੰਧਰ ਜ਼ਿਲ੍ਹੇ ਦੇ ਵਿੱਚ ਖੜੇ ਹਾਂ। ਜਲੰਧਰ ਨੂੰ ਮਹਾਨਗਰ ਕਿਹਾ ਜਾਂਦਾ ਹੈ, ਪਰ ਇੱਥੇ ਵੀ ਬਹੁਤ ਸਾਰੀਆਂ ਤੁਹਾਨੂੰ ਇੱਦਾਂ ਦੀਆਂ ਮਹਿਲਾਵਾਂ ਮਿਲ ਜਾਣਗੀਆਂ ਜਿਨ੍ਹਾਂ ਦੀ ਸਟੋਰੀ ਵੀ ਕੁਝ ਇੱਦਾਂ ਦੀ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਮਹਿਲਾ ਦੇ ਨਾਲ, ਇੱਕ ਅਜਿਹੀ ਲੇਡੀ ਦੇ ਨਾਲ ਮਿਲਵਾਉਣ ਜਾ ਰਹੇ ਹਾਂ ਜਿਹਦੀ ਜ਼ਿੰਦਗੀ ਦੇ ਵਿੱਚ ਮੁਸ਼ਕਿਲਾਂ ਤਾਂ ਬਹੁਤ ਆਈਆਂ, ਪਰ ਉਸਨੇ ਨਾ ਤਾਂ ਹਿੰਮਤ ਹਾਰੀ ਤੇ ਨਾ ਹੀ ਉਸਨੇ ਉਹਨਾਂ ਤਾਨਿਆਂ ਦੀ ਫਿਕਰ ਕੀਤੀ ਜੋ ਉਸਨੂੰ ਦੁਨੀਆ ਤੋਂ ਸੁਣਨੇ ਪਏ, ਔਰ ਆਪਣੇ ਲਈ ਤੇ ਆਪਣੇ ਬੱਚੇ ਦੇ ਲਈ ਅੱਗੇ ਹੋ ਕੇ ਲੜੀ ਤੇ ਦੁਨੀਆ ਦਾ ਸਾਹਮਣਾ ਵੀ ਕੀਤਾ। ਅਸੀਂ ਗੱਲ ਕਰਨ ਜਾ ਰਹੇ ਹਾਂ ਅਰਪਨਾ ਭਾਟੀਆ ਦੀ, ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮੈਡਮ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਮੈਮ। ਆਪਾਂ ਦੂਸਰੀ ਵਾਰ ਮਿਲਦੇ ਪਏ ਹਾਂ ਤੇ ਮੈਨੂੰ ਲੱਗਦਾ ਹੁਣ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਰ ਵੀ ਕਈ ਬਦਲਾਅ ਆਏ ਹੋਣਗੇ। ਪਹਿਲੀ ਵਾਰ ਤੁਹਾਨੂੰ ਦੇਖਿਆ ਸੀ ਤਾਂ ਉਦੋਂ ਵੀ ਇਸੇ ਯੂਨੀਫਾਰਮ ਦੇ ਵਿੱਚ ਦੇਖਿਆ ਸੀਗਾ, ਹੈ ਨਾ। ਤੁਸੀਂ ਜ਼ੋਮੈਟੋ ਦੇ ਵਿੱਚ ਕੰਮ ਕਰਦੇ ਹੋ। ਅਸੀਂ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਦੱਸ ਦੇਣਾ ਚਾਹੁੰਦੇ ਹਾਂ ਕਿ ਅਰਪਨਾ ਭਾਟੀਆ ਜ਼ੋਮੈਟੋ ਦੇ ਵਿੱਚ ਕੰਮ ਕਰਦੇ ਨੇ, ਡਿਲੀਵਰੀਜ਼ ਕਰਦੇ ਨੇ, ਲੋਕਾਂ ਦੇ ਪਾਰਸਲ ਲੈ ਕੇ ਜਾਂਦੇ ਨੇ, ਉਹਨਾਂ ਨੂੰ ਦਿੰਦੇ ਨੇ। ਤੇ ਅੱਜ ਜ਼ੋਮੈਟੋ ਦੇ ਖੇਤਰ ਦੇ ਵਿੱਚ ਕੋਈ ਟਾਵੀਂ ਹੀ ਕੁੜੀ ਤੁਹਾਨੂੰ ਦਿਖੇਗੀ ਜੋ ਕੰਮ ਕਰਦੀ ਹੈ, ਪਰ ਜਲੰਧਰ ਦੇ ਵਿੱਚ ਇਕੱਲੇ ਅਰਪਨਾ ਭਾਟੀਆ ਹੀ ਇੱਥੇ ਕੰਮ ਕਰਦੇ ਨੇ, ਔਰ ਇਹਨਾਂ ਨੇ ਦੁਨੀਆ ਦੀ ਪਰਵਾਹ ਨਹੀਂ ਕੀਤੀ ਕਿ ਦੁਨੀਆ ਕੀ ਕਹੇਗੀ ਜਾਂ ਫਿਰ ਲੋਕ ਕੀ ਕਹਿਣਗੇ, ਨਾਈਟ ਦੇ ਵਿੱਚ ਸ਼ਿਫਟਾਂ ਕਿੱਦਾਂ ਲੱਗਣਗੀਆਂ, ਇਸ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ ਔਰ ਇਹਨਾਂ ਨੇ ਜ਼ੋਮੈਟੋ ਦੀ ਲਾਈਨ ਚੁਣੀ। ਸਭ ਤੋਂ ਪਹਿਲਾਂ ਤਾਂ ਅਰਪਨਾ ਇਹ ਦੱਸੋ ਕਿ ਤੁਹਾਨੂੰ ਜ਼ੋਮੈਟੋ ਦੇ ਵਿੱਚ ਕੰਮ ਕਰਦਿਆਂ ਕਿੰਨਾ ਕੁ ਸਮਾਂ ਹੋ ਗਿਆ? ਮੈਨੂੰ ਘੱਟੋ ਘੱਟ 1.5 ਸਾਲ ਦੇ ਕਰੀਬ ਹੋ ਚੱਲਾ, 1.25 ਸਾਲ ਤਾਂ ਹੋ ਹੀ ਗਿਆ ਆ, ਮਤਲਬ 1.5 ਸਾਲ ਹੋਣ ਵਾਲਾ ਹੀ ਹੈ ਬਸ। ਅੱਛਾ, 1.5 ਸਾਲ ਹੋਣ ਵਾਲਾ ਤੁਹਾਨੂੰ। ਤੇ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਇਹਦੇ ਵਿੱਚ ਆਇਆ ਹੋਇਆ, ਕਿਉਂਕਿ ਤੁਸੀਂ ਜਿਵੇਂ ਕਿਹਾ ਕਿ 1.5 ਸਾਲ ਤੁਹਾਨੂੰ ਕੰਮ ਕਰਦਿਆਂ ਹੋ ਗਿਆ ਤੇ ਬਹੁਤ ਸਾਰੇ ਹੋਰ ਵੀ ਆਪਸ਼ਨ ਸੀਗੇ, ਤੁਸੀਂ ਜ਼ੋਮੈਟੋ ਹੀ ਕਿਉਂ ਚੁਣਿਆ? ਐਕਚੁਅਲੀ ਇੱਕ ਨਾ ਫ੍ਰੀਲੀ ਜੀ ਜੌਬ ਸੀਗੀ। ਮੈਂ ਕਾਫੀ ਇੰਟਰਵਿਊ 'ਚ ਦੱਸਿਆ ਆ ਕਿ ਮੇਰਾ ਘਰ 'ਚ ਸਿਰਫ ਮੇਰਾ ਬੇਟਾ ਹੀ ਆ ਨਾ, ਤੇ ਬੇਟੇ ਨੂੰ ਮੇਰੀ ਲੋੜ ਆ ਤੇ ਮੈਨੂੰ ਉਹਦੀ ਲੋੜ ਆ। ਉਹ ਜਦੋਂ ਵੀ ਮੈਨੂੰ ਕਾਲ ਕਰਦਾ, ਅੱਜ ਵੀ ਉਹਦੀ ਕਾਲ ਆਈ ਕਿ ਘਰ 'ਚ ਕੋਈ ਹੈ ਨਹੀਂ ਸੀ, ਮੰਮਾ ਖਾਣਾ, ਮੈਨੂੰ ਭੁੱਖ ਲੱਗੀ ਹੈ, ਮੈਨੂੰ ਬਾਹਰੋਂ ਕੁਛ ਲਿਆ ਦੇ। ਤੇ ਮੈਂ ਫਟਾਫਟ ਆਪਣੀ ਆਈਡੀ ਬੰਦ ਕੀਤੀ ਤੇ ਉਹਨੂੰ ਖਾਣਾ ਲਿਆ ਕੇ ਦੇ ਦਿੱਤਾ। ਫਿਰ ਮੈਂ ਆਪਣੇ ਕੰਮ 'ਤੇ ਚਲੀ ਗਈ।
ਤੇ ਮਤਲਬ ਇਦਾਂ ਕਿ ਜਦੋਂ ਉਹਨੂੰ ਮੇਰੀ ਲੋੜ ਆ, ਮੈਂ ਕਦੋਂ ਵੀ ਆਪਣੀ ਜੌਬ ਨੂੰ ਬੰਦ ਕਰਾਂ, ਉਹਦੇ ਕੋਲ ਚਲ ਜਾ, ਉਹਦੀ ਜ਼ਰੂਰਤ ਪੂਰੀ ਕਰਾਂ, ਮੈਂ ਫੇਰ ਆਪਣਾ ਕੰਮ ਕਰ ਲਾਂ। ਮੈਨੂੰ ਲੱਗਦਾ ਇੱਥੇ ਇਸ ਪੰਜਾਬ ਦੇ ਵਿੱਚ ਜਾਂ ਕਹਿ ਲਈਏ ਜਾਂ ਜਲੰਧਰ 'ਚ ਕੋਈ ਇਦਾਂ ਦੀ ਜੌਬ ਨਹੀਂ ਹੈਗੀ ਕਿ ਮੈਂ ਆਪਣੇ ਬੌਸ ਨੂੰ ਕਹਾਂ ਕਿ ਸਰ ਮੈਨੂੰ ਛੁੱਟੀ ਚਾਹੀਦੀ ਆ, ਮੇਰਾ ਬੇਟਾ ਮੇਰੀ ਵੇਟ ਕਰ ਰਿਹਾ ਜਾਂ ਉਹਨੇ ਰੋਟੀ ਖਾਣੀ ਆ, ਫਿਰ ਕਹੇਗਾ ਭਾਈ ਇਦਾਂ ਕਰੋ, ਹਾਲੇ ਫੜ ਰਿਜ਼ਾਈਨ ਤੇ ਘਰ ਜਾਓ ਤੇ ਆਪਣੇ ਬੱਚੇ ਨੂੰ ਸੰਭਾਲੋ ਨਾ। ਕੋਈ ਬੌਸ ਇਦਾਂ ਦਿੰਦਾ ਨਹੀਂ ਬਾਰ-ਬਾਰ ਛੁੱਟੀ। ਤੇ ਇਸ ਜੌਬ ਦੇ ਵਿੱਚ ਇਦਾਂ ਦਾ ਕੁਝ ਵੀ ਨਹੀਂ ਹੈਗਾ, ਨਾ ਸਿਰ ਤੇ ਜੌਬ ਉਹ ਕੋਈ ਬੌਸ ਹੈਗਾ ਜਾਂ ਨਾ ਮੈਂ ਕਿਸੇ ਨੂੰ ਪੁੱਛਣਾ ਆ। ਜਦੋਂ ਦਿਲ ਕੀਤਾ ਆਈਡੀ ਬੰਦ ਕੀਤੀ, ਆਪਣੇ ਬੇਟੇ ਕੋਲ ਚਲੀ ਗਈ। ਪਰ ਕਹਿੰਦੇ ਨੇ ਕਿ ਜਦੋਂ ਤੱਕ ਠੋਕਰ ਨਹੀਂ ਲੱਗਦੀ ਹੈਗੀ ਉਹ ਤਾਂ ਕੋਈ ਵੀ ਇਨਸਾਨ ਚੰਗੀ ਤਰ੍ਹਾਂ ਉੱਠ ਨਹੀਂ ਪਾਉਂਦਾ। ਇੱਕ ਵਾਰ ਡਿੱਗਦਾ ਉਹ ਫੇਰ ਹੀ ਉੱਠਦਾ। ਤੁਹਾਨੂੰ ਇਦਾਂ ਦੀ ਕਿਹੜੀ ਠੋਕਰ ਲੱਗੀ ਸੀ ਕਿ ਅੱਜ ਤੁਸੀਂ ਇਹ ਜੌਬ ਕੀਤੀ, ਜਾਂ ਫਿਰ ਇਹ ਜੌਬ ਕਰਨ ਦੇ ਲਈ ਤੁਸੀਂ ਮਜਬੂਰ ਹੋਏ ਸੀ, ਜਾਂ ਫਿਰ ਤੁਸੀਂ ਆਪਣੇ ਖੁਦ ਚੁਣੀ ਸੀ? ਠੋਕਰ ਦੇਖੋ ਜਦੋਂ ਲੱਗਦੀ ਆ ਤੇ ਬੰਦਾ ਸੰਭਲਦਾ ਨਾ, ਫੇਰ ਹੀ ਬੰਦਾ ਫੀਲਡ 'ਚ ਉਤਰਦਾ ਹੈ। ਨਹੀਂ ਕਿ ਇੱਕ ਲੇਡੀ ਘਰ ਬੈਠੀ ਆ, ਬੱਚਾ ਸੰਭਾਲ ਰਹੀ ਸੀ, ਘਰ ਦੇਖ ਰਹੀ ਸੀ, ਹਸਬੈਂਡ ਨੂੰ ਦੇਖ ਰਹੀ ਸੀ, ਸਡਨਲੀ ਕੀ ਹੋ ਗਿਆ, ਹਸਬੈਂਡ ਛੱਡ ਕੇ ਚਲਾ ਗਿਆ, ਫਾਈਨੈਂਸ਼ਲੀ ਪ੍ਰੋਬਲਮ ਆ ਗਈ, ਬੈਂਕ ਅਕਾਊਂਟ ਖਾਲੀ ਹੋ ਗਏ, ਪੈਸੇ ਆਉਣ ਦਾ ਕੋਈ ਸਾਧਨ ਹੀ ਨਹੀਂ ਰਿਹਾ। ਰੋਟੀ ਖਾਣ ਮੈਂ ਦੱਸਦੀ ਹੁੰਦੀ ਕਦੀ ਕਦੀ ਕਿਸੇ ਖਾਸ ਬੰਦੇ ਨੂੰ ਕਿ ਇੱਕ ਟਾਈਮ ਇੱਦਾਂ ਦਾ ਆਇਆ, ਮੇਰੇ ਕੋਲ ਕੁਝ ਵੀ ਨਹੀਂ ਸੀ ਹੈਗਾ, ਘਰ ਖਾਣ ਨੂੰ ਕੁਝ ਵੀ ਨਹੀਂ ਸੀਗਾ, ਤੇ ਮੈਂ ਜਦੋਂ ਕਿਸੇ ਨੂੰ ਦੱਸਦੀ ਨਾ ਤਾਂ ਮੇਰੇ ਅੱਖਾਂ 'ਚ ਪਾਣੀ ਆ ਜਾਂਦਾ, ਮੇਰਾ ਹੁਣ ਵੀ ਆ ਗਿਆ। ਤੇ ਮੇਰੇ ਬੇਟੇ ਦੇ ਨਾਲ ਇੱਕ ਕੁੜੀ ਪੜ੍ਹਦੀ ਆ, ਥੋੜ੍ਹਾ ਘਰ ਤੋਂ ਜ਼ਿਆਦਾ ਡਿਸਟੈਂਸ ਨਹੀਂ ਹੈਗਾ, ਤੇ ਉਹਦੇ ਨਾਲ ਉਹਦੀ ਮੰਮਾ ਨਾਲ ਬੜਾ ਪਿਆਰ ਆ, ਤੇ ਮੈਨੂੰ ਭੁੱਖ ਲੱਗੀ ਹੋਈ ਤੇ ਮੇਰੇ ਬੇਟੇ ਨੂੰ ਵੀ, ਘਰ 'ਚ ਕੁਝ ਨਹੀਂ ਸੀ ਖਾਣ ਨੂੰ, ਮੈਂ ਕਿਸੇ ਨੂੰ ਕੁਝ ਨਹੀਂ ਕਿਹਾ, ਮੈਂ ਆਪਣੇ ਫਾਦਰ ਨੂੰ ਨਹੀਂ ਫੋਨ ਕੀਤਾ ਜਾਂ ਬ੍ਰਦਰ ਨੂੰ ਨਹੀਂ ਫੋਨ ਕੀਤਾ ਜਾਂ ਕਿਸੇ ਕੁਲੀਗ ਨੂੰ ਨਹੀਂ। ਤੇ ਮੈਂ ਕਿਹਾ ਗੋਪੀ ਆਪਾਂ ਉਹਨਾਂ ਦੇ ਘਰ ਚੱਲੀਏ, ਕਹਿੰਦਾ ਹਾਂਜੀ ਮੰਮਾ ਚੱਲਦੇ ਹਾਂ। ਤੇ ਮੈਂ ਵੈਸੇ ਹੀ ਬਹਾਨਾ ਲਾਇਆ ਕਿ ਮੇਰਾ ਬੇਟਾ ਕਹਿ ਰਿਹਾ ਸੀ ਖੇਡਣਾ ਹੈ ਨਾ, ਅਸੀਂ ਉਹਨਾਂ ਦੇ ਘਰ ਚਲੇ ਗਏ। ਉਹਦੀ ਮੰਮਾ ਨੇ ਕਿਹਾ ਕਿ ਤੁਸੀਂ ਕੁਝ ਖਾਣਾ, ਮੈਂ ਕਿਹਾ ਨਹੀਂ, ਆਦਤ ਜਿੱਦਾਂ ਆਪਾਂ ਕਹਿੰਦੇ ਕਿ ਨਹੀਂ ਅਸੀਂ ਘਰੋਂ ਖਾ ਕੇ ਆਏ ਨਾ, ਆਪਾਂ ਕਹਿ ਦਿੰਦੇ ਭਾਵੇਂ ਅੰਦਰੋਂ ਢਿੱਡ ਭੁੱਖਾ ਹੋਏ। ਤੇ ਕਹਿੰਦੇ ਨਹੀਂ ਮੈਂ ਨਾ ਅਰਬੀ ਬਣਾਈ ਹੈ ਬੜੀ ਟੇਸਟੀ, ਤੇ ਮੇਰਾ ਬੇਟਾ ਸਬਜ਼ੀਆਂ ਬਹੁਤ ਘੱਟ ਖਾਂਦਾ, ਤੇ ਕਹਿੰਦੇ ਤੁਸੀਂ ਖਾ ਕੇ ਦੇਖੋ। ਵੈਸੇ ਵੀ ਨਾ ਖਾਣ ਦਾ ਟਾਈਮ ਹੋਇਆ, ਦੁਪਹਿਰ ਦਾ ਟਾਈਮ ਸੀਗਾ, 12-1 ਵਜੇ ਹੋਏ ਸੀ। ਉਹਨਾਂ ਸਾਨੂੰ ਫੁਲਕੇ ਬਣਾ ਕੇ ਦਿੱਤੇ, ਪਰੌਂਠੀਆਂ ਛੋਟੀਆਂ ਜਿੱਦਾਂ ਕਈ ਘਰਾਂ 'ਚ ਬਣਾਉਂਦੇ ਨਾ, ਤੁਸੀਂ ਮੰਨੋਗੇ 4-5 ਮੈਂ ਖਾ ਗਈ। ਉਹ ਭੁੱਖ ਲੱਗੀ ਹੋਈ ਸੀ, ਸਵੇਰ ਦਾ ਕੁਝ ਖਾਦਾ ਨਹੀਂ ਸੀ, ਪਤਾ ਨਹੀਂ ਇੱਕ ਦਿਨ ਪਹਿਲਾਂ ਵੀ ਕੁਝ ਖਾਦਾ ਸੀ ਕਿ ਨਹੀਂ, ਯਾਦ ਵੀ ਨਹੀਂ। ਤੇ ਮੈਂ ਬਹੁਤ ਘੱਟ ਖਾਣਾ ਸ਼ੁਰੂ ਕਰ ਦਿੱਤਾ ਸੀ। ਰਾਤ ਨੂੰ ਤਾਂ ਮੈਂ ਬਹੁਤ ਘੱਟ ਖਾਂਦੀ ਨਹੀਂ ਸੀਗੀ, ਸਾਰੀ ਰਾਤ ਨੀਂਦ ਨਹੀਂ ਸੀ ਆਉਂਦੀ ਕਿਉਂਕਿ ਟੈਨਸ਼ਨ ਇੰਨੀ ਹੁੰਦੀ ਸੀ। ਤੇ ਮਤਲਬ ਜਦੋਂ ਸਾਰੀ ਦੁਨੀਆ ਸੋ ਜਾਂਦੀ ਸੀ ਤਾਂ ਮੈਂ ਛੱਤ ਤੇ ਦੇਖਦੀ ਹੁੰਦੀ ਸੀ ਆਲਾ ਦੁਆਲਾ, ਤੇ ਸਿਰਫ ਕੋਈ ਰੋਡ ਤੇ ਟਾਵਾਂ ਕੋਈ ਨਿਕਲ ਰਿਹਾ ਆ। ਫਿਰ ਇੱਕ ਟਾਈਮ ਇੱਦਾਂ ਦਾ ਆਉਂਦਾ ਸੀ ਕਿ ਰੋਡ ਵੀ ਬੰਦ ਹੋ ਜਾਂਦਾ ਸੀ, ਕੋਈ ਚਿੜੀਆਂ ਦੀ ਚਹਿਚਹਾਟ ਵੀ ਨਹੀਂ ਸੁਣ ਰਹੀ, ਕੁਛ ਨਹੀਂ, ਮਤਲਬ ਸਾਰੀ ਦੁਨੀਆ ਸੁੱਤੀ ਪਈ ਆ। ਤੇ ਮੈਂ ਆਪਣਾ ਬਸ ਫੋਨ ਹੱਥ 'ਚ ਫੜਿਆ, ਮੈਂ ਕਦੀ ਇੱਧਰ ਘੁੰਮ ਰਹੀ, ਕਦੀ ਇੱਧਰ, ਮੇਰਾ ਬੇਟਾ ਸੁੱਤਾ ਹੋਇਆ, ਕਦੀ ਉਹਨੇ ਰੋਣ ਲੱਗ ਪੈਣਾ, ਮੰਮਾ ਮੈਨੂੰ ਗਰਮੀ ਲੱਗਦੀ ਹੈ, ਕੋਈ ਛੱਤ ਤੇ ਹਵਾ ਨਹੀਂ ਚੱਲ ਰਹੀ ਸੀ। ਤੇ ਮੈਂ ਉਹਨੂੰ ਕਹਿਣਾ ਕੋਈ ਗੱਲ ਨਹੀਂ ਪੁੱਤ, ਇੱਕ ਦਿਨ ਇੱਦਾਂ ਦਾ ਵੀ ਆਏਗਾ, ਆਪਾਂ ਵਧੀਆ ਜਗ੍ਹਾ ਤੇ ਸੌਵਾਂਗੇ। ਤੇ ਉਹਨੇ ਕਹਿਣਾ ਆਪਾਂ ਕੂਲਰ ਕਿਉਂ ਨਹੀਂ ਚਲਾਉਂਦੇ, ਮੈਂ ਨਾ ਪੁੱਤ ਬਿੱਲ ਆਏਗਾ, ਬਿਜਲੀ ਦਾ ਬਿੱਲ ਆਏਗਾ ਤਾਂ ਫਿਰ ਉਹ ਆਪਾਂ ਕਿੱਥੋਂ ਪੈਸੇ ਭਰਨੇ ਆ ਨਾ। ਹੁਣ ਜੋ ਰੱਬ ਚਲਾ ਰਿਹਾ ਹਵਾ ਉਹਨੂੰ ਵੀ ਲਓ। ਕਈ ਲੋਕ ਇੱਦਾਂ ਦੇ ਵੀ ਹੈਗੇ ਜਿਨ੍ਹਾਂ ਕੋਲ ਨਾ ਕੂਲਰ ਆ ਨਾ ਪੱਖੇ ਆ, ਚਲੋ ਆਪਣੇ ਕੋਲ ਤਾਂ ਹੈਗੇ ਆ। ਤੇ ਜਦੋਂ ਸਵੇਰ ਹੁੰਦੀ ਸੀ ਤੇ ਮੈਂ ਉਦੋਂ ਥੱਲੇ ਜਾ ਕੇ ਸੌਂਦੀ ਹੁੰਦੀ ਸੀ। ਤੇ ਮੈਂ ਉਹਨਾਂ ਦੇ ਘਰ ਰੋਟੀ ਖਾਧੀ, ਤੇ ਉਹ ਅੱਜ ਵੀ ਮੈਨੂੰ ਕਿੱਸਾ ਯਾਦ ਆ। ਤੇ ਮੈਂ ਪਤਾ ਨਹੀਂ ਆਪਣੇ ਸਰਕਲ 'ਚ ਕਾਫੀ ਜਣਿਆਂ ਨੂੰ ਦੱਸ ਚੁੱਕੀ ਹਾਂ ਕਿ ਇੱਦਾਂ ਦਾ ਟਾਈਮ ਵੀ ਆਇਆ ਮੇਰੇ 'ਤੇ ਵੀ ਮੈਂ ਇੱਦਾਂ ਕੀਤਾ। ਮੈਂ ਉਹਨਾਂ ਨੂੰ ਨਹੀਂ ਦੱਸੀ ਇਹ ਗੱਲ, ਬਟ ਉਹ ਮੇਰੇ ਮੁੰਡੇ ਵਾਸਤੇ ਉਹਨਾਂ ਨੇ ਮੈਗੀ ਬਣਾਈ ਕਿ ਚਲੋ ਬੱਚੇ ਆ ਮੈਗੀ ਖਾ ਲੈਂਦੇ ਆ। ਉਹਨੇ ਮੈਗੀ ਖਾਧੀ, ਮੈਂ ਰੋਟੀ ਖਾਧੀ, ਅਸੀਂ ਖਾ ਕੇ ਘਰ ਆ ਗਏ। ਦੇਖੋ ਤੁਸੀਂ ਉਸ ਦਿਨ ਵੀ ਕਹਿੰਦੇ ਨੇ ਮਾਂ ਜਿਹੜੀ ਹੁੰਦੀ ਹੈ ਚਾਹੇ ਜੋ ਮਰਜ਼ੀ ਹੋਵੇ ਆਪਣੇ ਬੱਚਿਆਂ ਨੂੰ ਕਦੀ ਭੁੱਖਾ ਨਹੀਂ ਸੌਣ ਦਿੰਦੀ ਹੈ ਨਾ। ਉਸ ਦੇ ਦਿਨ ਵੀ ਤੁਸੀਂ ਆਪਣੇ ਬੱਚੇ ਲਈ ਕੋਈ ਨਾ ਕੋਈ ਰਸਤਾ ਲੱਭ ਹੀ ਲਿਆ ਸੀਗਾ। ਪਰ ਅਰਪਨਾ ਮਾਫ ਕਰਨਾ, ਥੋੜਾ ਨਿੱਜੀ ਜ਼ਿੰਦਗੀ ਦਾ ਸਵਾਲ ਪੁੱਛਣ ਲੱਗੀ ਹਾਂ। ਤੁਸੀਂ ਕਿਹਾ ਤੁਹਾਡੇ ਹਸਬੈਂਡ ਛੱਡ ਗਏ, ਉਸ ਤੋਂ ਬਾਅਦ ਇਹ ਜਿਹੜਾ ਤੁਹਾਡੇ ਤੇ ਦਿਨ ਆਏ, ਹਸਬੈਂਡ ਛੱਡ ਗਏ, ਉਸ ਤੋਂ ਬਾਅਦ ਕਿਸੇ ਹੋਰ ਨੇ ਵੀ ਸਾਥ ਨਹੀਂ ਦਿੱਤਾ ਸਹੁਰੇ ਪਰਿਵਾਰ ਦੇ ਵਿੱਚੋਂ ਕੋਈ, ਜਾਂ ਪੇਕੇ ਪਰਿਵਾਰ ਦੇ ਵਿੱਚੋਂ? ਸਹੁਰਾ ਪਰਿਵਾਰ ਤਾਂ ਮੇਰਾ ਇੱਥੇ ਹੈ ਹੀ ਨਹੀਂ, ਤਾਂ ਸਾਰੇ ਇਟਲੀ ਬੈਠੇ ਆ। ਉਹਨਾਂ ਵੱਲੋਂ ਤਾਂ ਸ਼ਾਇਦ ਮੈਂ ਅੱਜ ਮਰ ਜਾਂ, ਤੇ ਉਹਨਾਂ ਲਈ ਖੁਸ਼ਖਬਰੀ ਵਾਲੀ ਗੱਲ ਹੀ ਹੈ ਨਹੀਂ ਗੀ। ਹੁਣ ਵੀ ਮੈਨੂੰ ਡਿਵੋਰਸ ਦੇ ਪੇਪਰ ਭੇਜੇ ਗਏ ਆ। ਮੇਰੇ ਹਸਬੈਂਡ ਨੂੰ ਪੂਰਾ ਸਾਥ ਦਿੱਤਾ ਜਾ ਰਿਹਾ ਵੀ ਤੂੰ ਇਸ ਕੁੜੀ ਨੂੰ ਛੱਡ ਦੇ, ਅਸੀਂ ਤੇਰਾ ਕਿਤੇ ਹੋਰ ਵਿਆਹ ਕਰਾ ਦਿੰਦੇ ਆ ਜਾਂ ਕਿੱਦਾਂ ਵੀ ਹੈ ਨਾ। ਬਟ ਮੈਨੂੰ ਨਹੀਂ ਸਮਝ ਲੱਗਦੀ ਵੀ ਇੱਦਾਂ ਆਪਾਂ ਕਿਉਂ ਕਰਦੇ ਆ। ਇੱਕ ਛੋਟੀ ਜਿਹੀ ਫੈਮਿਲੀ ਆ, ਵਾਈਫ ਆ, ਬੱਚਾ ਵੱਡਾ ਹੋ ਗਿਆ। ਪਰਸੋਂ ਮੇਰੇ ਬੇਟੇ ਦਾ ਬਰਥਡੇ ਆ 6 ਤਰੀਕ ਨੂੰ, ਔਰ ਮੈਂ ਰੋਜ਼ ਮਿਹਨਤ ਕਰ ਰਹੀ ਹਾਂ ਉਹਦੇ ਲਈ ਕਿ ਮੈਂ ਉਹਦਾ ਇਸ ਵਾਰ ਦਾ ਜਿਹੜਾ ਬਰਥਡੇ ਆ ਉਹ ਅੱਛੀ ਤਰੀਕੇ ਨਾਲ ਮਨਾਵਾਂ। ਮੈਂ ਉਹਨੂੰ ਕਿਹਾ ਕਿ ਆਪਾਂ ਗਰੀਬ ਬੱਚਿਆਂ ਕੋਲ ਜਾਵਾਂਗੇ, ਤੂੰ ਉਹਨਾਂ ਨੂੰ ਕੁਝ ਖਾਣ ਨੂੰ ਦੇਈਂ, ਕਿਉਂਕਿ ਵੱਡਿਆਂ ਨੂੰ ਤਾਂ ਸਾਰੇ ਖਾਣ ਨੂੰ ਦਿੰਦੇ ਨਾ, ਗਰੀਬਾਂ ਨੂੰ ਕੋਈ ਨਹੀਂ। ਤੇ ਇੱਕ ਅੰਧ ਵਿਦਿਆਲਿਆ ਹੈਗਾ ਸਾਡੇ, ਮੈਂ ਜਦੋਂ ਕੰਮ ਕਰਦੀ ਸੀ PPR ਮਾਲ ਉੱਥੇ ਹੈਗਾ, ਤੇ ਮੇਰਾ ਐਤਕੀ ਬੜਾ ਦਿਲ ਕਰ ਰਿਹਾ ਸੀ। ਮੈਂ ਕਿਹਾ ਗੋਪੀ ਆਪਾਂ ਕੁਝ ਖਾਣ ਲਈ ਲੈ ਕੇ ਜਾਣਾ, ਆਪਾਂ ਜਾਂ ਅੰਧ ਵਿਦਿਆਲਿਆ ਜਾਵਾਂਗੇ ਜਾਂ ਆਪਾਂ ਜਿਹੜੇ ਗਰੀਬ ਬੱਚੇ ਜਿਹੜੇ ਸੜਕਾਂ 'ਤੇ ਸੌਂਦੇ ਆ, ਜਿਨ੍ਹਾਂ ਨੂੰ ਖਾਣ ਨੂੰ ਕੁਛ ਨਹੀਂ ਮਿਲਦਾ, ਜਾਂ ਉਹ ਖਾਣ ਨੂੰ ਕੁਝ ਦੇਖਦੇ ਆ ਤੇ ਉਹਨਾਂ ਦੇ ਮਨ 'ਚ ਇੱਕ ਲਾਲਸਾ ਆਉਂਦੀ ਕਿ ਯਾਰ ਸਾਨੂੰ ਵੀ ਖਾਣ ਨੂੰ ਮਿਲੇ ਨਾ। ਮੈਂ ਕਿਹਾ ਆਪਾਂ ਉਹਨਾਂ 'ਚ ਕੇਕ ਕੱਟਾਂਗੇ, ਉਹਨਾਂ ਲਈ ਕੁਝ ਖਾਣ ਲਈ ਲੈ ਕੇ ਜਾਵਾਂਗੇ, ਕਿਉਂਕਿ
ਲੋਕਾਂ ਨਾਲ ਖੁਸ਼ੀ ਮੰਨ ਕੇ ਕੀ ਹੈ, ਮੈਂ ਹੁਣ ਆਪਣਾ ਪਰਿਵਾਰ ਜਿੰਨਾ ਵੀ ਇਕੱਠਾ ਕਰ ਲਾਂ, ਠੀਕ ਆ, ਆਂਢ ਗੁਆਂਢ ਨੂੰ ਇਕੱਠਾ ਕਰ ਲਾਂ, ਬਟ ਇੱਕ ਜਿਹੜੀ ਕਿਸੇ ਗਰੀਬ ਨੂੰ, ਕਿਸੇ ਭੁੱਖੇ ਨੂੰ ਚੀਜ਼ ਦੇਣੀ ਆ, ਉਹਨੇ ਅੰਦਰੋਂ ਸੀਸ ਦੇਣੀ ਆ ਨਾ। ਮੈਨੂੰ ਇਸ ਟਾਈਮ ਸੀਸਾਂ ਦੀ ਲੋੜ ਆ ਮੇਰੇ ਬੇਟੇ ਲਈ ਤੇ ਮੇਰੇ ਲਈ। ਪੈਸਾ ਤਾਂ ਦੇਖੋ ਹੱਥ ਦੀ ਮੈਲ ਆ, ਕਮਾ ਲਓ ਜਿੰਨਾ ਮਰਜ਼ੀ, ਉਡਾ ਲਓ ਜਿੰਨਾ ਮਰਜ਼ੀ, ਠੀਕ ਹੈ ਨਾ। ਇਹ ਚੀਜ਼ਾਂ ਉੱਪਰ ਤੱਕ ਜਾਂਦੀਆਂ, ਇਹ ਜਿਹੜਾ ਪੈਸਾ ਹੈ ਤਾਂ ਇੱਥੇ ਰਹਿ ਜਾਣਾ। ਜਿੱਦਣ ਮਰ ਕੇ ਬੈਂਕ ਵੀ ਇੱਥੇ ਰਹਿ ਜਾਣੀ, ਪੈਸਾ ਵੀ ਇੱਥੇ ਰਹਿ ਜਾਣਾ। ਬਿਲਕੁਲ ਸਹੀ ਕਿਹਾ ਤੁਸੀਂ, ਨਾਲ ਜਿਹੜਾ ਕੁਛ ਨਹੀਂ ਜਾਂਦਾ ਹੈਗਾ। ਆਪਣਾ ਚਲੋ ਇਹ ਤਾਂ ਤੁਸੀਂ ਦੱਸਿਆ ਹੈ ਨਾ ਕਿ ਕਿਵੇਂ ਤੁਸੀਂ ਇਸ ਲਾਈਨ ਦੇ ਵਿੱਚ ਆਏ, ਪਰ ਜਦੋਂ ਤੁਸੀਂ ਇਸ ਲਾਈਨ ਦੇ ਵਿੱਚ ਆਏ ਜ਼ੋਮੈਟੋ ਦੇ ਵਿੱਚ, ਤਾਂ ਤੁਹਾਨੂੰ ਰਾਤ ਨੂੰ ਵੀ ਡਿਲੀਵਰ ਕਰਨ ਜਿਹੜਾ ਉਹ ਜਾਣਾ ਪੈਂਦਾ ਹੋਏਗਾ, ਹੈ ਨਾ। ਤੇ ਕਿੰਨੀਆਂ ਕੁ ਪ੍ਰੋਬਲਮਸ ਆਈਆਂ, ਕਸਟਮਰ ਅੱਗੋਂ ਕਿੱਦਾਂ ਦੇ ਮਿਲਦੇ ਸੀਗੇ ਜਿਨ੍ਹਾਂ ਨੂੰ ਫੇਸ ਕਰਨਾ ਪੈਂਦਾ ਸੀ? ਕਿਉਂਕਿ ਜੇ ਆਪਾਂ ਗੱਲ ਕਰੀਏ ਜੈਂਟਸ ਦੀ, ਤਾਂ ਉਹਨਾਂ ਦੇ ਲਈ, ਪੁਰਸ਼ਾਂ ਦੇ ਲਈ ਤਾਂ ਥੋੜਾ ਈਜ਼ੀ ਹੋ ਜਾਂਦਾ ਹੈ, ਉਹਨਾਂ ਦੇ ਲਈ ਇਹ ਦੁਨੀਆ ਜਿਹੜੀ ਹੈ ਥੋੜੀ ਉਹਨਾਂ ਨੂੰ ਅਪਣਾ ਲੈਂਦੀ ਹੈ। ਪਰ ਜਿਹੜੀ ਲੇਡੀ ਹੈ, ਉਹ ਸਾਡੇ ਕਲਚਰ ਦੇ ਵਿੱਚ ਅਗਰ ਅੱਧੀ ਰਾਤ ਨੂੰ 1-2 ਵਜੇ ਘਰੋਂ ਬਾਹਰ ਨਿਕਲਦੀ ਪਈ ਹੈ, ਤਾਂ ਉਹਦੇ ਲਈ ਇਹ ਜਿਹੜਾ ਸਾਡਾ ਆਸ-ਪਾਸ ਦਾ ਜਿਹੜੇ ਸਰਾਊਂਡਿੰਗਸ ਨੇ, ਉਹਨਾਂ ਦੇ ਲਈ ਇਹ ਬਹੁਤ ਵੱਡੀ ਗੱਲ ਹੈ ਨਾ। ਤੇ ਫਿਰ ਉਹਨੂੰ ਚੱਜ ਨਾਲ ਨਾ ਤਾਂ ਸਹੀ ਨਜ਼ਰ ਨਾਲ ਦੇਖਿਆ ਜਾਂਦਾ, ਤੇ ਨਾ ਹੀ ਸਹੀ ਨਜ਼ਰ ਦੇ ਨਾਲ ਟਰੀਟ ਕੀਤਾ ਜਾਂਦਾ। ਤੁਹਾਨੂੰ ਕਿੰਨਾ ਪ੍ਰੋਬਲਮਸ ਦੀ ਫੇਸ ਕਰਨਾ ਪਿਆ? ਇਹ ਮੇਰੇ ਖਿਆਲ ਨਾਲ ਜਦੋਂ ਆਪਣੇ ਨਾ ਆਸ ਪੜੋਸ ਨੂੰ ਪਤਾ ਲੱਗਦਾ ਵੀ ਸਾਡੀ ਗਲੀ ਦੀ ਕੁੜੀ ਹੈ ਜਾਂ ਸਾਡੇ ਪੜੋਸ 'ਚ ਰਹਿੰਦੀ ਹੈ ਕੁੜੀ ਜਾ ਰਹੀ, ਉਹਨਾਂ ਨੂੰ ਪਤਾ ਹੀ ਨਹੀਂ ਇਹ ਕੀ ਕੰਮ ਕਰ ਰਹੀ ਹੈ, ਡਿਲੀਵਰੀ ਕੀ ਹੁੰਦਾ ਨਾ। ਉਹ ਤਾਂ ਗੱਲਾਂ ਕਰਦੇ ਹੁੰਦੇ ਸੀ। ਮੇਰੀ ਮੰਮੀ ਨੂੰ ਬੜੇ ਜਾਣੇ ਕਹਿੰਦੇ ਸੀ ਤੁਸੀਂ ਕੁੜੀ ਨੂੰ ਹਟਾਉਂਦੇ ਕਿਉਂ ਨਹੀਂ, ਜੇ ਆ ਉਹ ਆ। ਮੰਮੀ ਨੇ ਕਹਿਣਾ ਘਰ ਚੱਲਦਾ ਪਿਆ ਹੈ, ਉਹ ਕਿਰਾਇਆ ਦੇ ਰਹੀ, ਜਾਂ ਤਾਂ ਤੁਸੀਂ ਕਿਰਾਇਆ ਦੇਣਾ ਸ਼ੁਰੂ ਕਰ ਦਿਓ। ਮੈਂ ਇੱਕ ਗੱਲ ਆਪਣੇ ਘਰਦਿਆਂ ਨੂੰ ਕਹੀ ਕਿ ਜਦੋਂ ਮੇਰੇ ਕੰਮ ਦੇ ਵਿੱਚ ਕੋਈ ਬੋਲੇਗਾ ਨਾ, ਸਿੱਧਾ ਕਹੋ ਤੁਸੀਂ ਖਰਚਾ ਚੱਕਣਾ, ਜੇ ਤੁਸੀਂ ਚੱਕਣਾ ਤੇ ਚੱਕ ਸਕਦੇ, ਫਿਰ ਅਸੀਂ ਕੁੜੀ ਘਰ ਬਿਠਾ ਲੈਂਦੇ ਹਾਂ। ਜੇ ਨਹੀਂ ਚੱਕਣਾ ਤੇ ਗੱਲਾਂ ਕਰਨੀਆਂ ਬੰਦ ਕਰ ਦਿਓ। ਕਿਉਂਕਿ ਆਪਾਂ ਦੇਖੋ ਘਰ ਬਹਿ ਕੇ ਤਾਂ ਨਹੀਂ ਪੈਸੇ ਆਉਂਦੇ ਨਾ, ਮਾਰਕੀਟ 'ਚ ਨਿਕਲਣਾ ਪੈਂਦਾ, ਕੰਮ ਕਰਨਾ ਪੈਂਦਾ, ਹਾਰਡ ਵਰਕ ਦੇਣਾ ਪੈਂਦਾ, ਠੀਕ ਹੈ ਨਾ, ਫਿਰ ਆਉਂਦੇ ਆ ਪੈਸੇ। ਕਿਉਂਕਿ ਪੈਸੇ ਕਮਾਉਣੇ ਸਭ ਤੋਂ ਦੁਨੀਆ ਦਾ ਔਖਾ ਕੰਮ ਆ, ਤੇ ਖਾਣਾ ਸਭ ਤੋਂ ਸੌਖਾ ਕੰਮ ਆ, ਤੇ ਗੱਲਾਂ ਕਰਨੀਆਂ ਉਦੋਂ ਵੀ ਸੌਖੀਆਂ ਆ, ਠੀਕ ਹੈ ਨਾ। ਜਿੰਨਾ ਮਰਜ਼ੀ ਮੂੰਹ ਖੋਲੋ, ਜਿਹਦੇ ਬਾਰੇ ਮਰਜ਼ੀ ਬੋਲੋ, ਬਟ ਪਤਾ ਉਦੋਂ ਲੱਗਦਾ ਜਦੋਂ ਆਪਣੇ ਸਿਰ ਤੇ ਪੈਂਦੀ ਆ। ਮੇਰੇ ਘਰਦਿਆਂ ਨੇ ਅੱਜ ਤੱਕ ਨਹੀਂ ਮੈਨੂੰ ਕਿਹਾ ਕਿ ਤੂੰ ਰਾਤ ਨੂੰ ਜਾ ਰਹੀ ਹੈ ਜਾਂ ਤੂੰ ਦਿਨੇ ਜਾ ਰਹੀ ਆ। ਮੰਮੀ ਥੋੜੀ ਟੈਨਸ਼ਨ ਕਰਦੇ ਹੁੰਦੇ ਸੀ ਕਿ ਇਹ ਇੱਦਾਂ ਮੈਂ ਰਾਤ ਨੂੰ ਜਾਂਦੀ ਸੀ, ਪਿਛਲਾ ਜਿੰਨਾ ਸਾਲ ਸੀ ਸਰਦੀਆਂ 'ਚ ਵੀ ਜਾਂਦੀ ਰਹੀ ਆ, ਤੇ ਡਰ ਲੱਗਦਾ ਹੁੰਦਾ ਸੀ ਘਰਦਿਆਂ ਨੂੰ। ਚਲੋ ਮੈਨੂੰ ਤਾਂ ਰੱਬ ਦੀ ਕਿਰਪਾ ਨਾਲ ਨਹੀਂ ਕਦੀ ਡਰ ਲੱਗਾ, ਪਰ ਕਈ ਵਾਰੀ ਇੱਦਾਂ ਹੁੰਦਾ ਸੀ। ਇੱਕ ਵਾਰੀ ਮੈਂ ਗਈ ਹਾਂ PPR ਮਾਲ ਦੀ ਬੈਕ ਸਾਈਡ ਤੇ ਘਰ ਹੈ, ਉਹ ਤੁਸੀਂ ਮੰਨੋਗੇ ਪੂਰੀ ਗਲੀ ਖਾਲੀ, ਉੱਤੋਂ ਕੋਈ ਵੀ ਨਹੀਂ, ਉੱਤੋਂ ਸਟਰੀਟ ਲਾਈਟ ਵੀ ਨਹੀਂ ਚੱਲ ਰਹੀ, ਔਰ ਜਿਹਦੇ ਘਰ ਦੇ ਮੈਂ ਬਾਹਰ ਰੁਕੀ ਉਹਨੇ ਇੰਨੇ ਕੁ ਬਲਬ ਜਿਹੇ ਲਗਾਏ ਹੋ ਤੇ ਉਹਦੀ ਕੋਈ ਰੋਸ਼ਨੀ ਨਹੀਂ। ਤੇ ਮੈਂ ਆਪਣੀ ਐਕਟਿਵਾ ਦੀ ਵੀ ਜਿਹੜੀ ਟਾਰਚ ਹੁੰਦੀ ਮੋਰੇ ਲੱਗੀ ਉਹ ਵੀ ਨਹੀਂ ਮੈਂ ਬੰਦ ਕੀਤੀ, ਤੇ ਮੈਂ ਆਪਣੇ ਮੋਬਾਈਲ ਦੀ ਵੀ ਲਗਾ ਲਈ। ਤੇ ਮੈਂ ਕਸਟਮਰ ਨੂੰ ਕਾਲ ਕੀਤੀ ਕਿ ਸਰ ਜਲਦੀ ਆ ਜਾਓ, ਮੈਂ ਬਾਹਰ ਖੜੀ ਹਾਂ। ਚਲੋ ਉਹ ਵੀ ਫਟਾਫਟ ਆ ਗਿਆ, ਕਿਉਂਕਿ ਡਿਨਰ ਟਾਈਮ ਹੁੰਦਾ, ਫਟਾਫਟ ਬੰਦੇ ਨੂੰ ਹੁੰਦਾ ਭੁੱਖ ਲੱਗੀ ਆ। ਤੇ ਜਦੋਂ ਆਇਆ ਮੈਂ ਕਿਹਾ ਸਰ ਤੁਹਾਡੀ ਕੋਈ ਵੀ ਲਾਈਟ ਨਹੀਂ ਚੱਲ ਰਹੀ। ਕਹਿੰਦਾ ਪਤਾ ਨਹੀਂ ਮੈਮ ਅੱਜ ਕੀ ਹੋ ਗਿਆ, ਪਹਿਲਾਂ ਤਾਂ ਚੱਲਦੀਆਂ ਸੀਗੀਆਂ। ਤੇ ਮਤਲਬ ਬਾਹਲਾ ਹਨੇਰਾ ਜਿਹਾ ਸੀਗਾ, ਤੇ ਮੈਂ ਉਹਨੂੰ ਆਰਡਰ ਦਿੱਤਾ। ਮੈਂ ਫਟਾਫਟ ਉੱਥੋਂ ਨਿਕਲੀ ਤੇ ਮੈਂ ਬਾਹਰ ਮੇਨ ਰੋਡ ਤੇ ਆ ਗਈ। ਮੁਸ਼ਕਿਲਾਂ ਦੇਖੋ ਹਰੇਕ ਕੰਮ 'ਚ ਆਉਂਦੀਆਂ ਆ ਨਾ, ਮੈਨੂੰ ਵੀ ਆਉਂਦੀਆਂ ਸੀਗੀਆਂ, ਬਟ ਇਹ ਹੈ ਕਿ ਰਾਤ ਨੂੰ ਜਿਹੜੇ ਕਸਟਮਰ ਆ ਸਾਨੂੰ ਅੱਛੇ ਮਿਲਦੇ ਸੀਗੇ। ਤੁਹਾਨੂੰ ਪਤਾ ਰਾਤ ਨੂੰ ਲੋਕਾਂ ਨੇ ਡਰਿੰਕ ਕੀਤੀ ਹੁੰਦੀ ਆ, ਉਹ ਮੰਗਾ ਲੈਂਦੇ ਚਿਕਨ ਚੁਕਨ। ਇੱਦਾਂ ਵੀ ਮੈਂ ਕਾਫੀ ਜਣਿਆਂ ਨੂੰ ਦੇਣ ਗਈ ਹਾਂ, ਉਹ ਤਾਂ ਇੱਦਾਂ ਵੀ ਕਹਿੰਦੇ ਕਿ ਮੈਮ ਚਲੋ ਕੋਈ ਨਹੀਂ ਤੁਸੀਂ ਬਾਹਰ ਥੋੜ੍ਹਾ ਜਿਹਾ ਖੜੇ ਹੋ ਜਾਓ ਤੇ ਆਪਾਂ ਤੁਹਾਡੇ ਕੋਲ ਲੈ ਲੈਂਦੇ ਹਾਂ। ਟਿਪ ਵੀ ਦੇ ਦਿੰਦੇ ਸੀ ਰਾਤ ਨੂੰ ਮੋਸਟਲੀ ਲੋਕ ਡਿਨਰ ਟਾਈਮ, ਇੱਦਾਂ ਹੋ ਜਾਂਦਾ। ਠੀਕ ਹੈ ਸਾਰਾ ਕੁਝ। ਤੇ ਤੁਸੀਂ ਆਪਣਾ ਜਦੋਂ ਡਿਲੀਵਰੀ ਦੇਣ ਜਾਂਦੇ ਸੀ, ਕੋਈ ਇਦਾਂ ਦਾ ਕਿੱਸਾ ਤੁਹਾਨੂੰ, ਕੋਈ ਇਦਾਂ ਦੀ ਯਾਦ ਤੁਹਾਡੇ ਨਾਲ ਜੁੜੀ ਹੋਵੇ, ਕੋਈ ਕਸਟਮਰ ਇਦਾਂ ਦਾ ਮਿਲਿਆ ਹੋਵੇ ਕਿ ਉਹਨੇ ਤੁਹਾਡੇ ਨਾਲ ਰੂਡਲੀ ਬਿਹੇਵ ਕੀਤਾ ਹੋਵੇ, ਜਾਂ ਕੋਈ ਕਸਟਮਰ ਇਦਾਂ ਦਾ ਮਿਲਿਆ ਹੋਵੇ ਕਿ ਉਹਨੇ ਬਹੁਤ ਅੱਛੇ ਤਰੀਕੇ ਨਾਲ ਤੁਹਾਨੂੰ ਟਰੀਟ ਕੀਤਾ ਹੋਵੇ? ਕੋਈ ਯਾਦ ਇਦਾਂ ਦੀ ਜੁੜੀ ਹੋਈ ਹੈ? ਹਾਂ, ਮੈਂ ਦਿਓਲ ਨਗਰ ਹੈ ਨਾ, ਥੋੜਾ ਕੁ ਚਿਰ ਪਹਿਲਾਂ ਦੀ ਗੱਲ ਹੈ, 3-4 ਮਹੀਨੇ ਪਹਿਲਾਂ ਦੀ ਗੱਲ ਹੈ। ਇੱਕ ਲੇਡੀ ਨੂੰ ਮੈਂ ਦੇਣ ਗਈ ਆਰਡਰ, ਉਹਨਾਂ ਦੀ ਨਾ ਲੋਕੇਸ਼ਨ ਵੀ ਗਲਤ ਸੀਗੀ, ਘਰ ਉਹਨਾਂ ਦਾ ਕਿਤੇ ਹੋਰ ਸੀ ਤੇ ਲੋਕੇਸ਼ਨ ਜ਼ੋਮੈਟੋ ਦੀ ਕਿਤੇ ਹੋਰ ਜਾ ਰਹੀ ਸੀ। ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਮ ਤੁਸੀਂ ਮੈਨੂੰ ਫੋਨ ਤੇ ਥੋੜਾ ਸਮਝਾਓ, ਮੈਂ ਤੁਹਾਡੇ ਘਰ ਦੇ ਤੱਕ ਆ ਜਾਂਦੀ ਹਾਂ ਨਾ। ਉਹਨਾਂ ਚਲੋ ਸਮਝਾਇਆ, ਬੜੇ ਪਿਆਰ ਨਾਲ ਮੇਰੇ ਨਾਲ ਗੱਲ ਕੀਤੀ। ਉਹ ਥੋੜਾ NGO ਟਾਈਪ ਕੰਮ ਕਰਦੇ ਸੀਗੇ, ਤੇ ਮੈਂ ਉਹਨਾਂ ਦੇ ਘਰ ਦੇ ਬਾਹਰ ਗਈ ਤੇ ਬੜੇ ਖੁਸ਼ ਹੋਏ ਵੀ ਇੱਕ ਤਾਂ ਕੁੜੀ ਆਈ ਹੈ, ਉਤੋਂ ਅੱਜ ਸਾਡਾ ਆਰਡਰ ਵੀ ਪਹੁੰਚ ਗਿਆ। ਕਹਿੰਦੇ ਕਿ ਸਾਨੂੰ ਤਾਂ ਨਾ ਆਰਡਰ ਹੀ ਕੈਂਸਲ ਕਰਨਾ ਪੈਂਦਾ ਸੀ, ਕਿਉਂਕਿ ਆਰਡਰ ਪਹੁੰਚਦਾ ਹੀ ਨਹੀਂ ਸੀ, ਸਾਡੀ ਲੋਕੇਸ਼ਨ ਹੀ ਗਲਤ ਸੀ। ਮੈਂ ਕਿਹਾ ਮੈਮ ਇੱਦਾਂ ਕਰੋ, ਪਹਿਲਾਂ ਤੁਸੀਂ ਆਰਡਰ ਪਕੜੋ ਤੇ ਮੈਨੂੰ ਨਾ ਆਪਣਾ ਫੋਨ ਫੜੋ। ਕਹਿੰਦੇ ਕੀ ਕਰਨਾ? ਮੈਂ ਕਿਹਾ ਤੁਹਾਡੀ ਲੋਕੇਸ਼ਨ ਸੈੱਟ ਕਰ ਦੇਵਾਂ। ਕਹਿੰਦੇ ਅੱਛਾ ਆਂਦੀ? ਮੈਂ ਕਿਹਾ ਬਿਲਕੁਲ ਆਂਦੀ ਹੈ, ਤੁਸੀਂ ਦੋ। ਮੈਂ ਕਿਹਾ ਤੁਹਾਡੇ ਘਰ ਦੇ ਬਾਹਰ ਹੀ ਰਾਈਡਰ ਆਏਗਾ, ਤੁਹਾਨੂੰ ਕਦੀ ਪ੍ਰੋਬਲਮ ਨਹੀਂ ਆਏਗੀ, ਤੁਹਾਡਾ ਕਦੀ ਆਰਡਰ ਨਹੀਂ ਕੈਂਸਲ ਹੋਏਗਾ। ਮੈਂ ਦੇਖ ਕੇ ਨਾ ਮਾਲ ਟਾਊਨ ਨਿਕਲ ਗਈ। ਜਿੱਦਾਂ ਹਾਲੇ ਮੈਂ ਮਾਲ ਟਾਊਨ ਜਾ ਰਹੀ, ਮੈਨੂੰ ਫੋਨ ਆ ਗਿਆ ਕਿ ਮੈਮ ਮੈਂ ਨਾ ਤੁਹਾਨੂੰ ਕੁਝ ਪੁੱਛਣਾ। ਮੈਂ ਕਿਹਾ ਜੀ ਦੱਸੋ। ਕਹਿੰਦੀ ਵੀ ਮੈਂ ਕਦੀ ਐਸਾ ਕਦੀ ਕੁੜੀ ਦੇਖੀ ਨਹੀਂ ਹੈਗੀ, ਤੁਸੀਂ ਦੱਸੋਗੇ ਕਿ ਇਹਦੇ ਪਿੱਛੇ ਵਜ੍ਹਾ ਕੀ ਹੈ? ਤੇ ਫਿਰ ਮੈਂ ਉਹਨਾਂ ਨੂੰ ਸਾਰੀ ਕਹਾਣੀ ਦੱਸੀ ਕਿ ਮੈਮ ਇੱਦਾਂ ਆ, ਇਸ ਕਰਕੇ ਕਿ ਮੇਰਾ ਬੇਟਾ ਪੜ੍ਹਦਾ ਆ ਤੇ ਉਹਦੀਆਂ ਫੀਸਾਂ ਇਕੱਠੀਆਂ ਕਰਨੀਆਂ, ਉਹਦੀ ਖੁਆਇਸ਼ਾਂ ਪੂਰੀਆਂ ਕਰਨੀਆਂ, ਉਹਨੂੰ ਇੱਕ ਵਧੀਆ ਇਨਸਾਨ ਬਣਾਉਣਾ ਹੈ ਨਾ। ਤੇ ਚਲੋ ਜੋ ਮੇਰੀ ਲਾਈਫ ਤਾਂ ਜੋ ਸੀਗੀ ਹੁਣ ਹੋ ਗਈ ਹੈ, ਬਟ ਉਹਦੀ ਲਾਈਫ ਵਧੀਆ ਬਣਾਉਣੀ ਹੈ। ਤੇ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ, ਬੜਾ ਖੁਸ਼ ਹੋਏ। ਫਿਰ ਉਹ ਮੈਨੂੰ ਘਰ ਵੀ ਬੁਲਾਇਆ ਆਪਣੇ ਕਿ ਤੁਸੀਂ ਮੇਰੇ ਜ਼ਰੂਰ ਘਰ ਆਈਓ। ਫਿਰ ਮੈਂ ਇੱਕ ਦਿਨ ਖ਼ਤਮ ਕੀਤਾ ਆਪਣਾ ਕੰਮ, ਮੈਂ ਉਹਨਾਂ ਦੇ ਘਰ ਗਈ, ਉਹਨਾਂ ਨੇ ਮੈਨੂੰ ਠੰਡਾ ਠੁੰਡਾ ਪਿਲਾਇਆ, ਬੈਠ ਕੇ ਗੱਲਬਾਤ ਕੀਤੀ। ਫਿਰ ਇਹ ਵੀ ਕਿਹਾ ਕਿ ਅਗਰ ਸਾਡੀ ਕਦੀ ਹੈਲਪ ਦੀ ਲੋੜ ਹੋਈ ਤਾਂ ਜ਼ਰੂਰ ਦੱਸਿਓ, ਅਸੀਂ NGO ਦੇ ਨਾਲ ਕੰਮ ਕਰਦੇ ਹਾਂ ਨਾ। ਤੇ ਮੈਂ ਕਿਹਾ ਚਲੋ ਕੋਈ ਨਹੀਂ ਮੈਮ, ਜਿੱਦਾਂ ਤੁਹਾਨੂੰ ਲੱਗਾ ਠੀਕ ਕਰ ਦਿਓ।
ਅੱਛਾ ਆਪਣਾ ਅੱਜ ਕੱਲ੍ਹ ਆਪਾਂ ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ ਤੇ ਵੂਮਨ ਇੰਪਾਵਰਮੈਂਟ ਦੀਆਂ ਬੜੀਆਂ ਵੀਡੀਓਜ਼ ਦੇਖਦੇ ਹਾਂ। ਕੋਈ ਰੀਲ ਬਣਾਉਂਦਾ ਪਿਆ, ਕੋਈ ਕੁਛ ਕਰਦਾ ਪਿਆ ਹੈ ਨਾ, ਤੇ ਕੋਈ ਵੂਮਨਸ ਦੇ ਹੱਕਾਂ ਦੀ ਗੱਲ ਕਰਦਾ ਪਿਆ, ਪਰ ਉਹ ਕਿਸੇ ਹੋਰ ਹੀ ਲਹਿਜ਼ੇ ਵਿੱਚ ਹੁੰਦੀ ਹੈ। ਤੁਹਾਡੇ ਲਈ ਵੂਮਨ ਇੰਪਾਵਰਮੈਂਟ ਦਾ ਕੀ ਮਤਲਬ ਹੈ? ਦੇਖੋ, ਜੇ ਤੁਸੀਂ ਆਪਣੇ ਪੈਰਾਂ ਤੇ ਖੜੇ ਹੋ ਨਾ ਤੇ ਸਾਰਾ ਕੁਝ ਹੀ ਹੈ। ਠੀਕ ਹੈ, ਜੇ ਤੁਸੀਂ ਹਾਰ ਮੰਨ ਕੇ ਘਰ ਬੈਠ ਗਏ ਫਿਰ ਕੁਛ ਨਹੀਂ ਹੈ, ਫਿਰ ਤਾਂ ਵੂਮਨ ਦਾ ਨਾਮ ਹੀ ਨਹੀਂ ਹੈਗਾ ਦੁਨੀਆ ਤੇ। ਠੀਕ ਹੈ, ਜੇ ਵੂਮਨ ਨਿਕਲੇਗੀ ਬਾਹਰ, ਉਹਨੂੰ ਦੇਖਣਗੇ ਲੋਕ, ਗੱਲਾਂ ਕਰਨਗੇ, ਕੋਈ ਚੰਗੀਆਂ ਕਰੂਗਾ, ਕੋਈ ਮਾੜੀਆਂ ਕਰੂਗਾ। ਠੀਕ ਹੈ ਨਾ, ਗੱਲਾਂ ਤਾਂ ਕਰਨੀਆਂ ਹੀ ਆ। ਤੇ ਫਿਰ ਉਹ ਵੂਮਨ ਹੈਗੀ ਆ, ਉਹ ਭਾਰਤ ਦੀ ਨਾਰੀ ਆ। ਜੇ ਉਹ ਵੂਮਨ ਘਰ ਬੈਠੀ ਆ, ਉਹ ਰੋ ਰਹੀ ਆ, ਪਿੱਟ ਰਹੀ ਆ, ਜਾਂ ਉਹਨੇ ਸੁਸਾਈਡ ਕਰ ਲਿਆ ਜਾਂ ਕੁਛ ਆ, ਉਹ ਵੂਮਨ ਆਈ ਦੁਨੀਆ ਤੇ ਨਹੀਂ ਆਈ ਆ, ਬਸ ਇਹੀ ਆ ਮੇਰੇ ਹਿਸਾਬ ਨਾਲ। ਬਸ ਅਗਰ ਤੁਸੀਂ ਬਾਹਰ ਨਿਕਲਦੇ ਹੋ, ਤੁਸੀਂ ਆਪਣੀ ਪਹਿਚਾਣ ਬਣਾਉਂਦੇ ਹੋ, ਤੁਸੀਂ ਲੋਕਾਂ ਨੂੰ ਦੱਸਦੇ ਹੋ ਵੀ ਭਾਈ ਜੇ ਇੱਕ ਬੰਦਾ ਛੱਡ ਕੇ ਚਲਾ ਗਿਆ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਜੀਣਾ ਛੱਡਦਾ, ਮੈਂ ਆਪਣੇ ਬੱਚੇ ਦੀਆਂ ਖੁਆਇਸ਼ਾਂ ਪੂਰੀਆਂ ਕਰਨਾ ਛੱਡਦਾ। ਮੈਂ ਤਾਂ ਇਹ ਕਹਾਂਗੀ ਕਿ ਕਦੀ ਵੀ ਲਾਈਫ 'ਚ ਕਿਸੇ ਨੂੰ ਇੰਨਾ ਦੁੱਖ ਨਹੀਂ ਦੇਣਾ ਚਾਹੀਦਾ ਕਿ ਉਹ ਤੁਹਾਡੇ ਕਰਕੇ ਰਾਤ ਦੀ ਨੀਂਦ ਖਰਾਬ ਕਰੇ ਜਾਂ ਤੁਹਾਡੇ ਕਰਕੇ ਆਪਣਾ ਢਿੱਡ ਨੂੰ ਭੁੱਖਾ ਰੱਖੇ। ਉਸ ਤੋਂ ਬਾਅਦ ਕਦੀ ਹਸਬੈਂਡ ਨੇ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੁਹਾਡੇ ਨਾਲ? ਨਹੀਂ, ਕੰਟੈਕਟ ਇੱਦਾਂ ਸੀਗਾ, ਜਦੋਂ ਕੋਈ ਫੈਸਟੀਵਲ ਆਉਂਦਾ ਸੀ ਤਾਂ ਮੇਰੇ ਹਸਬੈਂਡ ਦੀ ਕਾਲ ਵੀ ਆ ਜਾਂਦੀ ਸੀ। ਤੇ ਇੱਕ ਅੱਧੀ ਵਾਰੀ ਦੀਵਾਲੀ ਦਾ ਫੰਕਸ਼ਨ ਸੀਗਾ ਤੇ ਮੇਰੇ ਹਸਬੈਂਡ ਘਰ ਆਏ ਆ, ਮੇਰੇ ਬੇਟੇ ਲਈ ਪਟਾਕੇ ਲੈ ਆਏ, ਖਾਣ ਪੀਣ ਦਾ ਸਮਾਨ ਲੈ ਆਏ। ਬਟ ਉਸ ਬੰਦੇ ਨੂੰ ਇਹ ਸਮਝਣਾ ਚਾਹੀਦਾ ਕਿ ਇੱਕ ਬੱਚੇ ਨੂੰ ਪਿਓ ਦਾ ਤੇ ਮਾਂ ਦਾ ਪਿਆਰ ਚਾਹੀਦਾ ਹੁੰਦਾ। ਬੱਚੇ ਲਈ ਸਭ ਤੋਂ ਜ਼ਰੂਰੀ ਹੁੰਦੀ ਆ ਮਾਂ ਪਿਓ ਦੀ ਛਾਇਆ। ਜੇ ਛਾਇਆ ਹੀ ਨਹੀਂ, ਆਪਾਂ ਉਹ 2 ਪਲ ਦੀ ਖੁਸ਼ੀ ਵੀ ਕੀ ਕਰਨੀ ਹੈ? ਤੂੰ 2 ਦਿਨ ਰਿਹਾ, ਤੂੰ ਪਟਾਕੇ ਚਲਾ ਲਏ, ਪਕੌੜੇ ਖਾ ਲਏ, ਉਹ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ। ਹੁਣ ਉਹ 2 ਸਾਲ ਤੋਂ ਇਕੱਲਾ ਰਹਿ ਰਿਹਾ, ਹੁਣ ਉਹਨੂੰ ਪਿਓ ਦੀ ਲੋੜ ਨਹੀਂ ਹੈਗੀ। ਮੈਂ ਜ਼ਿੰਦਗੀ ਦੀ ਹਰੇਕ ਖੁਸ਼ੀ ਉਹਨੂੰ ਦੇ ਰਹੀ ਹਾਂ, ਦਿੰਦੀ ਰਵਾਂਗੀ ਜਦ ਤੱਕ ਮੈਂ ਨਹੀਂ ਮਰਦੀ। ਠੀਕ ਹੈ ਨਾ, ਬਟ ਮੈਂ ਕਦੀ ਉਹਦੇ ਪਿਓ ਦੀ ਕਮੀ ਨਹੀਂ ਪੂਰੀ ਕਰ ਸਕਦੀ, ਔਰ ਸਾਡੇ ਲਈ ਮੇਰੀ ਮਾੜੀ ਗੱਲ ਇਹੀ ਹੈ। ਤੇ ਜਿਹੜੇ ਤੁਹਾਡੇ ਬੇਟੇ ਦੇ ਫਾਦਰ ਨੇ ਜਾਂ ਤੁਹਾਡੇ ਹਸਬੈਂਡ ਕਹਿ ਲਈਏ, ਤਾਂ ਉਹਨਾਂ ਨੇ ਕਦੀ ਆਪਣੇ ਬੱਚੇ ਕਰਕੇ ਵੀ ਆਪਣੇ ਆਪ ਨੂੰ ਸੁਧਾਰਨ ਦੀ ਜਾਂ ਵਾਪਸ ਆਉਣ ਦੀ ਕੋਸ਼ਿਸ਼ ਨਹੀਂ ਕੀਤੀ? ਜਦੋਂ ਨਾ ਸ਼ਰਾਬ ਦਾ ਨਸ਼ਾ ਚੜਿਆ ਹੁੰਦਾ ਨਾ ਬੰਦੇ ਦੇ ਉੱਤੇ, ਰਾਤ ਨੂੰ 12 ਕੁ ਵਜੇ ਹੁੰਦੇ ਆ, ਫਿਰ ਉਦੋਂ ਬੱਚਾ ਵੀ ਯਾਦ ਆਉਂਦਾ, ਉਦੋਂ ਜਨਾਨੀ ਵੀ ਯਾਦ ਆਉਂਦੀ ਹੈ। ਜਦੋਂ ਨਸ਼ਾ ਉਤਰ ਜਾਂਦਾ ਫਿਰ ਕੌਣ ਜਨਾਨੀ ਤੇ ਕਿਹੜਾ ਬੱਚਾ। ਮੈਨੂੰ ਹੁਣ ਵੀ ਇਹ ਕਹਿ ਰਿਹਾ ਕਿ ਬੱਚਾ ਦੇ ਦੇ, ਡਿਵੋਰਸ ਦੇ ਪੇਪਰ ਤੇ ਸਾਈਨ ਕਰ ਦੇ, ਤੂੰ ਜਿੱਥੇ ਮਰਜ਼ੀ ਵਿਆਹ ਕਰਾ ਲਾ, ਤੂੰ ਮੈਨੂੰ ਬੱਚਾ ਦੇ ਦੇ। ਮੈਂ ਬਸ ਇੱਕ ਸਵਾਲ ਹੈ, 2.5 ਸਾਲ ਤੋਂ ਤਾਂ ਤੂੰ ਪੁੱਛਿਆ ਨਹੀਂ, 2.5 ਸਾਲ ਤੋਂ ਤੂੰ ਫੀਸਾਂ ਨਹੀਂ ਦਿੱਤੀਆਂ, 2.5 ਸਾਲ ਤੋਂ ਤੂੰ ਸ਼ਕਲ ਵੀ ਨਹੀਂ ਦੇਖਦਾ ਪਿਆ, ਇਹ ਨਹੀਂ ਦੇਖਦਾ ਪਿਆ। ਹੁਣ ਪਰਸੋਂ ਨੂੰ ਮੇਰੇ ਬੇਟੇ ਦਾ ਬਰਥਡੇ, ਮੈਨੂੰ ਨਹੀਂ ਲੱਗਦਾ ਵੀ ਉਹਦਾ ਫੋਨ ਵੀ ਆਏਗਾ ਕਿ ਨਹੀਂ। ਪਿਛਲੇ ਸਾਲ ਵੀ ਮੈਂ ਉਹਨੂੰ ਲੈ ਕੇ ਗਈ, ਘੁਮਾਇਆ, ਮੈਂ ਪੂਰਾ ਹਫਤਾ ਛੁੱਟੀਆਂ ਕੀਤੀਆਂ, ਪੂਰਾ ਉਹਨੂੰ ਇੰਜੋਏ ਕਰਾਇਆ। ਜਿੱਥੇ ਜਿੱਥੇ ਲੱਗਾ ਕਿ ਹਾਂ ਮੱਥਾ ਟੇਕਣਾ ਚਾਹੀਦਾ, ਬੱਚੇ ਨੂੰ ਧਾਰਮਿਕ ਜਗ੍ਹਾ 'ਤੇ ਵੀ ਲੈ ਕੇ ਗਈ ਕਿ ਚਲੋ ਯਾਰ ਰੱਬ ਦਾ ਨਾਂ ਵੀ ਲੈਣਾ ਜ਼ਰੂਰੀ ਆ, ਜੱਗ 'ਚ ਵੀ ਰਹੋ ਤਾਂ ਰੱਬ 'ਚ ਵੀ ਰਹੋ। ਤੇ ਜੇ ਆਪਾਂ ਬੱਚੇ ਨੂੰ ਹੀ ਨਹੀਂ ਦੇਖ ਰਹੇ, ਮਤਲਬ ਠੀਕ ਆ ਸਾਡੇ ਦੋਨਾਂ ਦੇ ਵਿੱਚ ਕੋਈ ਮਿਸਅੰਡਰਸਟੈਂਡਿੰਗ ਹੋ ਗਈ, ਉਹ ਗੱਲ ਅਲੱਗ ਆ, ਬੱਚੇ ਦਾ ਤਾਂ ਕੋਈ ਕਸੂਰ ਨਹੀਂ ਨਾ। ਆਪਾਂ ਬੱਚੇ ਨੂੰ ਪਿਆਰ ਤੋਂ ਵਾਂਝਾ ਰੱਖ ਰਹੇ ਹਾਂ, ਆਪਾਂ ਵਾਈਫ ਨੂੰ ਪਿਆਰ ਨੂੰ ਵਾਂਝਾ ਰੱਖਿਆ, ਠੀਕ ਹੈ, ਉਹ ਗੱਲ ਸਮਝ ਆਉਂਦੀ ਆ, ਬਟ ਆਪਾਂ ਬੱਚੇ ਨੂੰ ਕਿਉਂ ਰੱਖ ਰਹੇ ਹਾਂ? ਬੱਚੇ ਦਾ ਤਾਂ ਕੋਈ ਕਸੂਰ ਨਹੀਂ ਹੈ ਨਾ, ਉਹਨੂੰ ਆਪਾਂ ਪੈਦਾ ਕੀਤਾ ਆ। ਜੇ ਆਪਾਂ ਕਿਸੇ ਨੂੰ ਪੈਦਾ ਕੀਤਾ ਆ ਤੇ ਉਹਨੂੰ ਪਾਲਣ ਦਾ ਵੀ ਹੱਕ ਤੁਹਾਡਾ ਪੂਰਾ ਆ। ਕਿਤੇ ਕਿਸੇ ਧਾਰਮਿਕ ਗ੍ਰੰਥ 'ਚ ਇਹ ਨਹੀਂ ਲਿਖਿਆ ਵੀ ਮਾਂ ਪੈਦਾ ਕਰਦੀ ਆ, ਮਾਂ ਕਸ਼ਟ ਕੱਟਦੀ ਆ ਤੇ ਮਾਂ ਹੀ ਪਾਲੇ। ਬਹੁਤ ਅੱਜ ਕੱਲ੍ਹ ਮਤਲਬ ਸਮਾਜ ਵਿੱਚ, ਮੈਂ ਸੱਚੀ ਇਹ ਕਹਿਣਾ ਚਾਹੁੰਦੀ ਹਾਂ, ਸਮਾਜ ਵਿੱਚ ਬੜੇ ਇੱਦਾਂ ਦੇ ਕਪਲ ਆ ਜਿਹੜੇ ਛੱਡ ਕੇ ਚਲੇ ਜਾਂਦੇ ਆ। ਉਹ ਮਾਵਾਂ ਦਾ ਕੀ ਕਸੂਰ ਆ, ਉਹ ਬੱਚਿਆਂ ਦਾ ਕੀ ਕਸੂਰ ਆ, ਉਹ ਕੀ ਕੰਮ ਕਰਦੀਆਂ, ਕਈ ਗਲਤ ਕੰਮ ਕਰਦੀਆਂ, ਕਈ ਸਹੀ ਕੰਮ ਵੀ ਕਰਦੀਆਂ। ਤੁਸੀਂ ਮਜਬੂਰ ਕਰਦੇ ਹੋ, ਜੇ ਤੁਸੀਂ ਵਿਆਹ ਕਰਾਇਆ ਆ, ਤੁਸੀਂ ਫੈਮਿਲੀ ਬਣਾਈ ਹੋਈ ਆ, ਤੁਸੀਂ ਉਹਨੂੰ ਨਿਭਾਓ ਵੀ। ਛੋਟੀ ਜਿਹੀ ਜ਼ਿੰਦਗੀ ਆ, ਪਤਾ ਨਹੀਂ ਕਿੰਨੇ ਜੀਣਾ, ਕਿੰਨੇ ਮਰਨਾ, ਕੀ ਹੋਣਾ ਕੀ ਨਹੀਂ। ਖੁਸ਼ੀ ਖੁਸ਼ੀ ਆਓ ਤੇ ਖੁਸ਼ੀ ਖੁਸ਼ੀ ਜਾਓ, ਬਸ ਮੇਰਾ ਤਾਂ ਇਹੀ ਕਹਿਣਾ ਆ। ਕਿਸੇ ਨੂੰ ਦੁੱਖ ਨਾ ਦਿਓ, ਤੇ ਜਦੋਂ ਤੁਸੀਂ ਦੁੱਖ 'ਚ ਹੁੰਦੇ ਆ ਨਾ, ਫਿਰ ਤੁਹਾਡੇ ਮੂੰਹ 'ਚ ਉਹ ਗੱਲਾਂ ਵੀ ਨਿਕਲ ਆਉਂਦੀਆਂ ਨਾ ਜਿਹੜੀਆਂ ਫਿਰ ਰੱਬ ਵੀ ਨਹੀਂ ਫਿਰ ਉਹ ਕੱਟ ਸਕਦਾ ਮੂੰਹ 'ਚੋਂ। ਫਿਰ ਇੱਦਾਂ ਦੀ ਗੱਲ ਕਈ ਵਾਰੀ ਨਿਕਲ ਆਉਂਦੀ ਹੁੰਦੀ ਆ, ਫਿਰ ਰੱਬ ਵੀ ਉਹ ਕਹਿੰਦਾ ਕਿ ਨਹੀਂ ਭਾਈ ਹੁਣ ਇੰਨੀ ਗੱਲ ਕਹਿਤੀ, ਇਹਨੂੰ ਕਰਨਾ ਪੈਣਾ। ਤੇ ਅਰਪਨਾ, ਅਸੀਂ ਉਮੀਦ ਕਰਦੇ ਹਾਂ ਕਿ ਜਿਹੜਾ ਤੁਸੀਂ ਇਹ ਸਫ਼ਰ ਸ਼ੁਰੂ ਕੀਤਾ ਹੈ ਦੁਨੀਆ ਦੇ ਲਈ, ਖਾਸ ਕਰਕੇ ਪੰਜਾਬ ਦੇ ਲਈ, ਇੱਥੋਂ ਦੀਆਂ ਕੁੜੀਆਂ ਦੇ ਲਈ, ਜਿਹੜਾ ਤੁਸੀਂ ਇੱਕ ਨਵਾਂ ਰੈਵੋਲੂਸ਼ਨ ਲੈ ਕੇ ਆਏ ਹੋ, ਹੈ ਨਾ, ਕਿ ਤੁਸੀਂ ਜ਼ੋਮੈਟੋ ਲਾਈਨ ਜੁਆਇਨ ਕੀਤੀ ਹੈ, ਜੋ ਕਰਨ ਤੋਂ ਬਹੁਤ ਸਾਰੀਆਂ ਕੁੜੀਆਂ ਕਤਰਾਉਂਦੀਆਂ ਵੀ ਹੋਣਗੀਆਂ, ਹਾਏ ਸਾਨੂੰ ਲੋਕੀ ਕੀ ਕਹਿਣਗੇ, ਹਾਏ ਅਸੀਂ ਰਾਤ ਨੂੰ ਕਿੱਦਾਂ ਬਾਹਰ ਨਿਕਲਾਂਗੇ, ਪਤਾ ਨਹੀਂ ਪੇਰੈਂਟਸ ਨਿਕਲਣ ਦੇਣਗੇ ਕਿ ਨਹੀਂ। ਕਈ ਸਵਾਲ ਤੁਹਾਡੇ ਵੀ ਮਨ 'ਚ ਆਏ ਹੋਣੇ, ਉਹ ਜਿਹੜੇ ਕੁੜੀਆਂ ਦੇ ਸਵਾਲ ਮਨ 'ਚ ਆ ਰਹੇ ਆ, ਹੈ ਨਾ, ਤਾਂ ਉਹਨਾਂ ਦੇ ਲਈ ਵੀ ਤੁਸੀਂ ਇੱਕ ਨਵੀਂ ਆਸ ਹੋ, ਉਹਨਾਂ ਕੁੜੀਆਂ ਦੇ ਲਈ ਵੀ। ਤੇ ਉਮੀਦ ਕਰਦੇ ਤੁਹਾਡਾ ਇਹ ਸਫ਼ਰ ਇਸੇ ਤਰ੍ਹਾਂ ਇਸ ਤੋਂ ਵੀ ਜ਼ਿਆਦਾ ਬਿਹਤਰ ਹੋਵੇ। ਪਰ ਜਾਂਦੇ ਜਾਂਦੇ ਇੱਕ ਸਵਾਲ, ਕਿ ਇਹ ਜਿਹੜਾ ਤੁਹਾਡੇ ਆ ਗੱਲਾਂ ਨੇ ਜਿਹੜੀਆਂ ਆਪਾਂ ਹੁਣੇ ਕੀਤੀਆਂ, ਇਹ ਸਮਾਜ ਦੀਆਂ ਗੱਲਾਂ ਸੁਣਨ ਨੂੰ ਤਾਂ ਜ਼ਰੂਰ ਮਿਲਦੀਆਂ ਹੋਣਗੀਆਂ, ਹੈ ਨਾ, ਕਿ ਇਹ ਸੱਚੀ ਇੱਕ ਕੰਨ ਤੋਂ ਸੁਣ ਕੇ ਦੂਸਰੇ ਕੰਨ ਰਾਹੀਂ ਕੱਢ ਦਿੰਦੇ ਹੋ, ਜਾਂ ਫਿਰ ਕਿਤੇ ਨਾ ਕਿਤੇ ਹਿੱਟ ਕਰਦੀਆਂ ਦਿਮਾਗ ਜਾਂ ਫਿਰ ਦਿਲ ਦੇ ਉੱਤੇ? ਨਹੀਂ ਕਰਦੀਆਂ, ਕਈ ਵਾਰੀ ਕਈ ਕਸਟਮਰ ਇੱਦਾਂ ਦੇ ਹੁੰਦੇ ਆ, ਦਿਲ 'ਚ ਘਰ ਕਰ ਜਾਂਦੇ ਆ, ਬਹੁਤ ਪਿਆਰ ਨਾਲ ਟਰੀਟ ਕਰਦੇ ਆ। ਕਈ ਕਸਟਮਰ ਦੀ ਇੱਦਾਂ ਦੀ ਲੈਂਗੁਏਜ ਹੁੰਦੀ ਆ ਕਾਫੀ ਦਿਨ ਯਾਦ ਵੀ ਰਹਿੰਦੀ ਹੈ।
ਤੇ ਉਹ ਗੱਲਾਂ ਆਪਾਂ ਘਰ ਤੱਕ ਨਹੀਂ ਲੈ ਕੇ ਜਾ ਸਕਦੇ। ਮਤਲਬ ਕਈ ਗੱਲਾਂ ਇਦਾਂ ਦੀਆਂ ਹੁੰਦੀਆਂ ਮੈਂ ਘਰ ਜਾ ਕੇ ਹਰੇਕ ਗੱਲ ਸ਼ੇਅਰ ਕਰਦੀ ਹਾਂ। ਇਹ ਨਹੀਂ ਕਿ ਮੈਂ ਨਹੀਂ ਦੱਸਦੀ, ਮੈਨੂੰ ਆਦਤ ਆ ਜਿੱਦਾਂ ਸ਼ੁਰੂ ਤੋਂ ਹੀ ਵੀ ਜੋ ਮੈਂ ਕੰਮ ਤੇ ਕੀਤਾ ਮੈਂ ਘਰ ਆਣ ਕੇ ਦੱਸਣਾ। ਆਪਣੇ ਹੁਣ ਮੈਂ ਬੇਟੇ ਨੂੰ ਦੱਸਦੀ ਹਾਂ, ਆਪਣੀ ਮੰਮੀ ਨੂੰ ਦੱਸਦੀ ਹਾਂ। ਜਦੋਂ ਕੋਈ ਬਹੁਤ ਅੱਛਾ ਕਸਟਮਰ ਮਿਲਦਾ ਮੈਂ ਘਰਦਿਆਂ ਨੂੰ ਦੱਸਦੀ ਹਾਂ। ਕਈ ਵਾਰ ਮੈਨੂੰ ਕੁਝ ਖਾਣ ਨੂੰ ਮਿਲ ਜਾਂਦਾ, ਕੁਝ ਪੀਣ ਨੂੰ ਮਿਲ ਜਾਂਦਾ, ਤੇ ਉਹ ਬਹੁਤ ਘੱਟ ਆ ਕਿ ਮੈਂ ਕੁਝ ਖਾਦਾ ਹੋਵੇ ਜਾਂ ਪੀਤਾ ਹੋਵੇ। ਹਮੇਸ਼ਾ ਮੇਰੇ ਬੈਗ 'ਚ ਹੁੰਦਾ ਤੇ ਸ਼ਾਮ ਨੂੰ ਮੈਂ ਬੇਟੇ ਨੂੰ ਆਪਣੇ ਨੂੰ ਦਿੰਦੀ ਹਾਂ ਕਿ ਆ ਮੈਨੂੰ ਕਸਟਮਰ ਤੋਂ ਮਿਲਿਆ ਸੀ, ਤੇ ਤੂੰ ਖਾ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਉਹ ਚੀਜ਼ ਮੈਂ ਖਾਣੀ ਚਾਹੀਦੀ ਜਾਂ ਕਿੱਦਾਂ। ਮੇਰੇ ਬੇਟੇ ਨੂੰ ਵੀ ਜਦੋਂ ਮੈਂ ਲੈ ਕੇ ਜਾਂਦੀ, ਮੰਮਾ ਆਰਡਰ ਕੈਂਸਲ ਹੋਇਆ ਸੀ, ਉਹਦਾ ਨਾ ਸਮਾਈਲ ਜਦੋਂ ਹੁੰਦੀ ਫੇਸ ਤੇ, ਮੈਂ ਕਿਹਾ ਹਾਂ ਬਸ ਭਾਵੇਂ ਮੈਂ ਆਪ ਹੀ ਲਈ ਹੋਵੇ, ਮੈਂ ਕਹਿਣਾ ਹਾਂ ਆਰਡਰ ਕੈਂਸਲ, ਬੜੀ ਖੁਸ਼ੀ ਜਿਹੀ ਹੁੰਦੀ ਵੀ ਪਤਾ ਨਹੀਂ ਕੀ ਉਹਨੂੰ ਇੱਕ ਜਿੰਨ ਨਹੀਂ ਮਿਲ ਗਿਆ ਕਿ ਆਰਡਰ ਕੈਂਸਲ ਹੋਇਆ ਸੀ। ਮੈਂ ਕਿਹਾ ਹਾਂ ਆਰਡਰ ਕੈਂਸਲ ਹੋਇਆ ਸੀਗਾ। ਮਤਲਬ ਮੈਂ ਤਾਂ ਇਹ ਕਹਿੰਦੀ ਹਾਂ ਰਾਈਡਰ ਆ ਅਸੀਂ ਵੀ ਸਮਾਜ ਦੇ ਵਿੱਚ ਹੀ ਜੰਮੇ ਪਲੇ ਆ, ਕੋਈ ਅਸੀਂ ਵੱਖਰੀ ਦੁਨੀਆ ਤੋਂ ਨਹੀਂ ਆਏ। ਟਰੀਟ ਕਰਨਾ ਆ ਅੱਛੀ ਤਰ੍ਹਾਂ ਕਰੋ। ਜਦੋਂ ਸਾਨੂੰ ਇਹ ਲੱਗਦਾ ਕਿ ਉਹ ਵਾਲੇ ਕਸਟਮਰ ਦੇ ਅਸੀਂ ਘਰ ਜਾ ਰਹੇ ਜਿਹਨੇ ਸਾਨੂੰ ਪਹਿਲਾਂ ਬਹੁਤ ਅੱਛੀ ਤਰ੍ਹਾਂ ਟਰੀਟ ਕੀਤਾ, ਸਾਨੂੰ ਖੁਸ਼ੀ ਹੁੰਦੀ ਆ, ਅਸੀਂ ਵਧੀਆ ਮਿਹਨਤ ਦੇ ਨਾਲ ਅੱਛੇ ਤਰੀਕੇ ਨਾਲ ਉਹਦਾ ਫੂਡ ਲੈ ਕੇ ਜਾਂਦੇ। ਤੇ ਜਦੋਂ ਸਾਨੂੰ ਲੱਗਦਾ ਯਾਰ ਇਹ ਤਾਂ ਉਹੀ ਗੰਦਾ ਜਿਹਾ ਆ, ਇਹਨੇ ਤਾਂ ਸਾਡੇ ਨਾਲ ਇੱਦਾਂ ਬਿਹੇਵ ਕੀਤਾ ਸੀ, ਤਾਂ ਕਈ ਵਾਰੀ ਦਿਲ ਵੀ ਨਹੀਂ ਕਰਦਾ। ਕਈ ਮਰਚੈਂਟ ਵੀ ਇੱਦਾਂ ਦੇ ਹੈਗੇ ਜਿਹੜੇ ਸਾਨੂੰ ਆਰਡਰ ਹੀ ਨਹੀਂ ਅੱਧਾ ਅੱਧਾ ਘੰਟਾ ਦਿੰਦੇ, ਅਸੀਂ ਖੜੇ ਰਹਿੰਦੇ ਇੱਦਾਂ ਪਾਗਲਾ ਵਾਂਗੂ, ਸਾਡੇ ਦੇ ਉੱਤੇ ਮੀਂਹ ਪੈ ਰਿਹਾ, ਸਾਡੇ ਤੇ ਧੁੱਪ ਪੈ ਰਹੀ ਆ, ਕੋਈ ਫਰਕ ਹੀ ਨਹੀਂ। ਮਤਲਬ ਇਨਸਾਨ ਆ, ਬੋਡੀ ਆ, ਚਮੜੀ ਨੂੰ ਫਰਕ ਪੈਂਦਾ ਹੈ। ਕੋਈ ਅਸੀਂ ਪੱਥਰ ਤਾਂ ਲਗਾ ਨਹੀਂ ਲਿਆ ਨਾ ਵੀ ਸਾਨੂੰ ਫਰਕ ਨਹੀਂ ਪੈਂਦਾ। ਦੇਖੋ ਤੁਸੀਂ ਏਸੀ 'ਚ ਬਹਿ ਕੇ ਗੱਲ ਕਰ ਰਹੇ ਹੋ ਨਾ, ਆਰਡਰ ਕੀਤਾ ਜੀ ਇੱਦਾਂ ਆ ਇੱਦਾਂ ਆ, ਅਸੀਂ ਧੁੱਪ 'ਚ ਖੜੇ ਆ, ਅਸੀਂ ਮੀਂਹ 'ਚ ਖੜੇ ਆ, ਸਾਨੂੰ ਫਰਕ ਪੈਂਦਾ ਨਾ। ਜੇ ਤੁਹਾਨੂੰ ਫਰਕ ਪੈਂਦਾ ਬਾਹਰ ਸਿਰਫ ਕਿੰਨਾ ਕਿ ਤੁਸੀਂ ਆਪਣੇ ਕਮਰੇ 'ਚ ਉੱਠ ਕੇ ਆਉਣਾ ਬਾਹਰ ਆਰਡਰ ਲੈਣਾ ਨਾ, ਕਈ ਗੇਟ 'ਚ ਹੀ ਖੜੇ ਰਹਿੰਦੇ, ਗੇਟ ਤੋਂ 2 ਕਦਮ ਵੀ ਨਹੀਂ ਚੱਕਦੇ ਵੀ ਕੀ ਹੋ ਗਿਆ ਭਾਈ। ਜੇ ਤੁਸੀਂ 2 ਕਦਮ ਚੱਲ ਲਓਗੇ, ਇਨਸਾਨੀਅਤ ਦਿਖਾਓ, ਅੱਛਾ ਟਰੀਟ ਕਰੋ। ਅਸੀਂ ਵੀ ਤਾਂ ਟਰੀਟ ਕਰਦੇ ਨਾ, ਸਾਨੂੰ ਇਹ ਸਿਖਾਇਆ ਜਾਂਦਾ ਸਾਡੀ ਕੰਪਨੀ ਵੱਲੋਂ ਵੀ ਤੁਸੀਂ ਅੱਛਾ ਟਰੀਟ ਕਰਨਾ ਹੈ, ਤੇ ਉਹਨਾਂ ਨੂੰ ਵੀ ਹੋਣਾ ਚਾਹੀਦਾ ਨਾ ਵੀ ਅਸੀਂ ਵੀ ਅੱਛਾ ਟਰੀਟ ਕਰੀਏ, ਸਾਨੂੰ ਵੀ ਖੁਸ਼ੀ ਮਿਲਦੀ ਆ। ਅੱਛਾ ਅਰਪਨਾ, ਕਦੀ ਇਦਾਂ ਹੋਇਆ ਜ਼ਿੰਦਗੀ ਦੇ ਵਿੱਚ ਕਿ ਤੁਸੀਂ ਕਿਸੇ ਹੋਟਲ ਦੇ ਵਿੱਚ, ਕਿਸੇ ਰੈਸਟੋਰੈਂਟ ਦੇ ਵਿੱਚ ਕੋਈ ਆਰਡਰ ਜਿਹੜਾ ਆ ਉਹ ਪਿਕਅਪ ਕਰਨ ਗਏ ਹੋ, ਹਨਾ, ਉੱਥੇ ਤੁਹਾਡੇ ਵਾਂਗੂ ਹੀ 2-3 ਜ਼ੋਮੈਟੋ ਰਾਈਡਰ ਹੋਰ ਖੜੇ ਨੇ ਤੇ ਉਹਨਾਂ ਨੇ ਕੋਈ ਡਿਸਕ੍ਰਿਮੀਨੇਸ਼ਨ ਕੀਤਾ, ਅੱਛਾ ਅਰਪਨਾ ਚਲੋ ਇਹਨੂੰ ਬਾਅਦ 'ਚ ਦੇ ਦਾਂਗੇ, ਪਹਿਲਾਂ ਇਹਨਾਂ ਨੂੰ ਦੇ ਕੇ ਤੋਰੋ, ਇੱਦਾਂ ਕਦੀ ਹੋਇਆ ਕਿ ਇੱਕ ਕੁੜੀ ਦੇ ਕੇ ਕਦੀ ਦਾ ਕੀਤਾ ਹੋਵੇ? ਨਹੀਂ, ਉਹ ਸਗੋਂ ਮੈਂ ਜਦੋਂ ਖੜੀ ਆ ਮੈਨੂੰ ਪਤਾ 5-7 ਮੁੰਡੇ ਖੜੇ ਆ ਮੇਰੇ ਨਾਲ, ਤੇ ਨਹੀਂ ਯਾਰ ਮੈਡਮ ਨੂੰ ਪਹਿਲਾਂ ਦੇ ਦਿੰਦੇ ਆ। ਮੈਂ ਐਕਚੁਅਲੀ ਨਾ ਮੇਰੀ ਆਦਤ ਹੈਗੀ ਆ, ਮਤਲਬ ਇਦਾਂ ਹੁੰਦਾ ਮੇਰਾ ਸ਼ੁਰੂ ਤੋਂ ਨੇਚਰ ਕੀ ਹੈ ਕਿ ਮੇਰੇ ਦਿਲ 'ਚ ਜੋ ਮਰਜ਼ੀ ਹੈ, ਜਿੰਨਾ ਮਰਜ਼ੀ ਦੁੱਖ ਹੈ, ਮੈਂ ਫੇਸ ਦੇ ਉੱਤੇ ਦਿਖਾਉਂਦੀ ਨਹੀਂ ਆ। ਮੈਂ ਹਮੇਸ਼ਾ ਸਮਾਈਲ ਰੱਖਦੀ ਹਾਂ ਤੇ ਹਾਸੇ ਮਜ਼ਾਕ ਵਾਲੀਆਂ ਗੱਲਾਂ, ਚੁਟਕਲੇ ਸਲਾ ਕਦੀ ਕੁਛ, ਤੇ ਉਹ ਮੈਂ ਮਰਚੈਂਟ ਦੇ ਨਾਲ ਇਦਾਂ ਗੱਲਾਂ ਕਰਦੀ ਜਿੱਦਾਂ ਮੈਂ ਉਹਨਾਂ ਦੇ ਘਰ ਦੀ ਇੱਕ ਹੁੰਦੀ ਹੈ ਨਾ, ਪਾਰਟਨਰ ਹੁੰਦੀ ਹੈ, ਉਹ ਇਦਾਂ ਲੱਗਦਾ ਆ। ਤੇ ਉਹ ਯਾਰ ਚਲੋ ਮੈਡਮ ਦਾ ਫਟਾਫਟ ਕਰ ਦਿਓ, ਮੈਨੂੰ ਤਾਂ ਬੈਨੀਫਿਟ ਹੋ ਜਾਂਦਾ। ਤੇ ਮੈਂ ਕਸਟਮਰ ਨੂੰ ਜਾ ਕੇ ਦੱਸਦੀ ਹਾਂ ਮੇਰੇ ਕਰਕੇ ਤੁਹਾਡਾ ਆਰਡਰ ਜਲਦੀ ਹੋ ਗਿਆ। ਕਹਿੰਦੇ ਚਲੋ ਠੀਕ ਹੈ, ਥੈਂਕ ਯੂ, ਇਦਾਂ ਵੀ ਕਹਿੰਦੇ ਆ। ਚਲੋ ਜੋ ਵੀ ਆ, ਮੈਂ ਕਹਿੰਦੀ ਆ ਦੁਨੀਆ 'ਤੇ ਆਪਾਂ ਸੱਚੀ ਕਰਨੀ, ਕੁਛ ਨਹੀਂ ਲੈ ਕੇ ਜਾਣਾ। ਆਪਾਂ ਆਏ ਆ ਇੱਕ ਖੁਸ਼ੀ ਜ਼ਿੰਦਗੀ ਬਿਤਾਓ, ਆਪ ਵੀ ਖੁਸ਼ ਰਹੋ ਤੇ ਦੂਜਿਆਂ ਨੂੰ ਵੀ ਖੁਸ਼ ਰੱਖੋ। ਬਿਲਕੁਲ, ਤੇ ਉਮੀਦ ਕਰਦੇ ਹਾਂ ਕਿ ਤੁਹਾਡੀ ਇਹ ਸਮਾਈਲ, ਤੁਹਾਡੀ ਮੁਸਕਰਾਹਟ ਔਰ ਤੁਹਾਡੀ ਇਹ ਖੁਸ਼ੀ ਇਸੇ ਤਰ੍ਹਾਂ ਬਰਕਰਾਰ ਹੈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਰਪਨਾ। ਤੇ ਇਹ ਸੀਗੇ ਅਰਪਨਾ ਭਾਟੀਆ, ਔਰ ਇਹਨਾਂ ਦੀ ਤੁਸੀਂ ਪੂਰੀ ਕਹਾਣੀ ਵੀ ਸੁਣੀ ਹੈ, ਕਿਸ ਤਰ੍ਹਾਂ ਇਹਨਾਂ ਨੇ ਪੂਰੀ ਲਾਈਫ ਦੇ ਵਿੱਚ ਸਟਰਗਲ ਕੀਤੀ ਹੈ, ਆਪਣੇ ਲਈ ਔਰ ਆਪਣੇ ਬੱਚੇ ਦੇ ਲਈ ਜੀ ਰਹੇ ਨੇ। ਉਹਨਾਂ ਵਿੱਚੋਂ ਨਹੀਂ ਹੈ ਕਿ ਜਿਨ੍ਹਾਂ ਦੇ ਹਸਬੈਂਡ ਛੱਡ ਕੇ ਚਲੇ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਜ਼ਿੰਦਗੀ ਤੋਂ ਹਾਰ ਮੰਨ ਲਈ ਜਾਂ ਕਿਸੇ ਹੋਰ ਦੇ ਉੱਪਰ ਡਿਪੈਂਡ ਹੋ ਗਏ। ਚਲੋ ਉਹ ਤਾਂ ਆਪਾਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ, ਹਰ ਕਿਸੇ ਦੀ ਜ਼ਿੰਦਗੀ ਦੀਆਂ ਸਿਚੁਏਸ਼ਨਸ ਅਲੱਗ ਹੁੰਦੀਆਂ ਨੇ, ਹਰ ਕਿਸੇ ਦੀ ਜ਼ਿੰਦਗੀ ਅਲੱਗ ਹੁੰਦੀ ਹੈ, ਜੀਣ ਦਾ ਤਰੀਕਾ ਅਲੱਗ ਹੁੰਦਾ ਹੈ। ਪਰ ਅਰਪਨਾ ਉਹਨਾਂ ਸਾਰੀਆਂ ਕੁੜੀਆਂ ਦੇ ਲਈ ਇੱਕ ਉਦਾਹਰਨ ਜ਼ਰੂਰ ਨੇ ਜੋ ਹਾਲੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਹਾਰ ਮੰਨ ਕੇ ਬੈਠੀਆਂ ਨੇ। ਉਮੀਦ ਕਰਦੇ ਹਾਂ ਕਿ ਸਾਡੀ ਅੱਜ ਦੀ ਇਹ ਕਹਾਣੀ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਈ ਹੋਏਗੀ। ਅਜਿਹੇ ਹੋਰ ਬਹੁਤ ਸਾਰੇ ਕਿੱਸੇ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ RMB TV ਦੇ ਨਾਲ। ਵਧੇਰੇ ਜਾਣਕਾਰੀ ਦੇ ਲਈ ਸਬਸਕ੍ਰਾਈਬ ਕਰ ਸਕਦੇ ਹੋ ਸਾਡਾ YouTube ਚੈਨਲ, ਤੇ ਨਾਲ ਹੀ ਲਾਈਕ ਕਰੋ Facebook ਪੇਜ ਵੀ। ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣੀ ਆਪਣੀ ਰਾਏ, ਤੇ ਨਾਲ ਹੀ ਉਹ ਮੁੱਦੇ ਜਿਨ੍ਹਾਂ ਤੇ ਤੁਸੀਂ ਵਿਚਾਰ ਚਰਚਾ ਕਰਨਾ ਚਾਹੁੰਦੇ ਹੋ, ਕਿਉਂਕਿ ਤੁਹਾਡੀ ਰਾਏ ਸਾਡੇ ਲਈ ਬੇਹੱਦ ਮਾਇਨੇ ਰੱਖਦੀ ਹੈ। ਜੁੜੇ ਰਹੋ RMB TV ਦੇ ਨਾਲ, ਤੇ ਫਿਲਹਾਲ ਦੇ ਲਈ ਮੈਨੂੰ ਦੇ ਇਜਾਜ਼ਤ। ਧੰਨਵਾਦ।